ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਜੋ ਬੁਲਾਵੈ ਹੈ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਮਨ ਤਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ ਇਸ ਮਨ ਤਨ ਮਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ ਮੈਂ ਅਨਾਥ ਪ੍ਰਭ ਕਹੂੰ ਕਾਹੇ ਕੋ ਨਾ ਬਿਗੂਤੋ ਮੈਂ ਕਉ ਆਹੇ ਮਾਧੋ ਦਾਰਨ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਓ ਕਹ ਬਸਾਏ ਰਹਾਉ ਸਨਕ ਸਨੰਦਨ ਸਿਵ ਸੁਕਾਦ ਨਾਵ ਕਮਲ ਜਾਣੇ ਬ੍ਰਹਮਾਦ ਕਬ ਜਨ ਜੋਟੀ ਕਬ ਜਨ ਜੋਗੀ ਜਟਾ ਧਾਰ ਸਭ ਆਪਨ ਅਵਸਰ ਚਲੇ ਸਾਰ ਤੂੰ ਅਥਾਹ ਮੋਹਿ ਥਾਹ ਨਾਹੀ ਪ੍ਰਭ ਦੀਨਾਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਣ ਰਉ ਕਬੀਰ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਣ ਰਉ ਕਬੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਜੁੜ ਕੇ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਵੱਡੇ ਭਾਗ ਹਨ ਜੀਵਨ ਰੂਪ ਵਿੱਚ ਪ੍ਰਾਪਤ ਹੋਏ ਇਸ ਕੀਮਤੀ ਸਮੇਂ ਨੂੰ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਜੁੜ ਕੇ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਬੋਲ ਕੀਰਤਨ ਰੂਪ ਵਿੱਚ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ ਤਿੰਨਾਂ ਦੇ ਸਮੂਹ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤੇ। ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਕਥਾ ਵਿਚਾਰ ਵਿੱਚੋਂ ਬਸੰਤ ਰਾਗ ਵਿੱਚ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਬੋਲ
ਜੋ ਦਾਸ ਨੇ ਪੜ੍ਹਦਿਆਂ ਹੋਇਆਂ ਆਪ ਸੰਗਤ ਨਾਲ ਸਾਂਝੇ ਕੀਤੇ ਹਨ। ਆਓ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਕਬੀਰ ਸਾਹਿਬ ਜੀ ਨੇ ਸ਼ਬਦ ਦੇ ਰਾਹੋਂ ਵਾਲੇ ਬੰਦ ਵਿੱਚ ਕਿਰਪਾਲਤਾ ਕੀਤੀ। ਮਾਧੋ ਦਾਰਨ ਦੁਖ ਸਹਿਓ ਨਾ ਜਾਏ, ਮੇਰੋ ਚਪਲ ਬੁੱਧ ਸਿਉ ਕਹ ਬਸਾਏ। ਕੋਈ ਵੀ ਸ਼ਬਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਿਚਾਰਦੇ ਹਾਂ ਤਾਂ ਹਰ ਇੱਕ ਸ਼ਬਦ ਅੰਦਰ ਤਕਰੀਬਨ ਸਤਿਗੁਰੂ ਜੀ ਨੇ ਇੱਕ ਪੰਕਤੀ ਰਾਹੋਂ ਵਾਲੀ ਲਿਖੀ ਹੈ। ਰਾਹੋਂ ਵਾਲੀ ਤੁਕ ਵਿੱਚ ਸਾਰੇ ਹੀ ਸ਼ਬਦ ਦਾ ਭਾਵ ਹੁੰਦਾ ਹੈ। ਵਿਦਵਾਨ ਸੱਜਣਾ ਨੇ ਇਹਨੂੰ ਇਵੇਂ ਵਿਆਖਿਆ ਸਵਰੂਪ ਦਿੱਤਾ ਹੈ ਕਿ ਜਿਵੇਂ ਇੱਕ ਸੋਹਣਾ ਖਿੜਿਆ ਹੋਇਆ ਅਸੀਂ ਫੁੱਲ ਦੇਖਦੇ ਹਾਂ, ਫੁੱਲ ਦੀਆਂ ਪੱਤੀਆਂ ਹਨ, ਫੁੱਲ ਦੀ ਸੁੰਦਰਤਾ, ਉਸ ਫੁੱਲ ਦਾ ਬਿਲਕੁਲ ਵਿਚਕਾਰ ਦਾ ਹਿੱਸਾ ਜਿਹਨੂੰ ਮਕਰੰਦ ਕਿਹਾ ਜਾਂਦਾ, ਜਿੱਥੋਂ ਸਾਰੀ ਖੁਸ਼ਬੂ ਮਹਿਕ ਪੈਦਾ ਹੁੰਦੀ ਹੈ। ਭੌਰਾ ਜਦੋਂ ਵੀ ਆ ਕੇ ਬੈਠਦਾ ਮਕਰੰਦ ਤੇ ਆ ਕੇ ਬੈਠਦਾ, ਉੱਥੇ ਰਸ ਹੈ, ਉੱਥੇ ਹੀ ਨਿਚੋੜ ਹੈ ਫੁੱਲ ਦਾ। ਉਵੇਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਕਿਸੇ ਵੀ ਸ਼ਬਦ ਨੂੰ ਅਸੀਂ ਵਿਚਾਰਦੇ ਹਾਂ, ਵਿਚਾਰ ਦਾ ਜੋ ਮੂਲ ਰੂਪ ਹੈ, ਕੇਂਦਰੀ ਭਾਵ ਜਿਹੜਾ ਉਹ ਸ਼ਬਦ ਦੀਆਂ ਰਾਹੋਂ ਵਾਲੀਆਂ ਤੁਕਾਂ ਵਿੱਚ ਹਨ। ਇਸੇ ਕਰਕੇ ਹੀ ਲੰਮੇਰੀਆਂ ਬਾਣੀਆਂ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਖਜ਼ਾਨੇ ਵਿੱਚ ਪੜ੍ਹਦੇ ਹੋ ਤਾਂ ਉਹਨਾਂ ਵਿੱਚ ਵੀ ਪਾਤਸ਼ਾਹ ਨੇ ਇੱਕ ਇੱਕ ਪੰਕਤੀ ਰਾਹੋਂ ਵਾਲੀ ਤੁਕ ਲਿਖੀ ਹੈ। ਜਿਵੇਂ ਸੁਖਮਨੀ ਸਾਹਿਬ ਦਾ ਪਾਠ ਆਪ ਜੀ ਕਰਦੇ ਹੋ, 24 ਸ਼ਲੋਕ ਨੇ, 24 ਅਸ਼ਟਪਦੀਆਂ ਹਨ, ਪਰ ਉਹਦੇ ਵਿੱਚ ਵੀ ਇੱਕ ਤੁਕ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਇਹ ਮੇਨ ਤੁਕ ਉਹ ਹੈ ਜਿਹਦੇ ਵਿੱਚ ਸਾਰੀ ਵਿਆਖਿਆ ਜਿਸ ਪੰਕਤੀ ਦੀ ਬਾਕੀ ਸੁਖਮਨੀ ਸਾਹਿਬ ਵਿੱਚ ਕੀਤੀ ਜਾ ਰਹੀ ਹੈ। ਆਸਾ ਕੀ ਵਾਰ ਦਾ ਕੀਰਤਨ 24 ਪੌੜੀਆਂ ਆਸਾ ਕੀ ਵਾਰ ਵਿੱਚ ਹਨ। ਉਹਦੇ ਵਿੱਚ ਵੀ ਇੱਕ ਤੁਕ ਆਉਂਦੀ ਹੈ, ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੂ ਕਰੀ ਨ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ, ਲਖਿਆ ਰਹਾਉ। ਉਹ ਜਿਹੜੀ ਰਾਹੋਂ ਵਾਲੀ ਪੰਕਤੀ ਹੈ, ਰਾਹੋਂ ਵਾਲੀ ਤੁਕ ਹੈ, ਬਾਕੀ ਸਾਰੀ ਬਾਣੀ ਵਿੱਚ ਉਸੇ ਪੰਕਤੀ ਦਾ ਵਿਸਥਾਰ ਹੈ, ਉਹਦੀ ਵਿਆਖਿਆ ਕੀਤੀ ਗਈ, ਉਹਨੂੰ ਸਲਾਇਆ ਗਿਆ। ਵਿਦਵਾਨਾਂ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ 1430 ਅੰਗ ਬਾਣੀ ਦੇ ਖਜ਼ਾਨੇ ਵਿੱਚ ਅਸੀਂ ਪੜ੍ਹਦੇ ਹਾਂ, ਜੇ ਸਾਰੀ ਬਾਣੀ ਦਾ ਨਿਚੋੜ ਥੋੜੇ ਸ਼ਬਦਾਂ ਵਿੱਚ ਲੱਭਣਾ ਹੋਵੇ, ਪੂਰੀ ਬਾਣੀ ਦਾ ਸ਼ਾਰਟਕਟ ਰੂਪ ਕੀ ਹੈ, ਕੀ ਵਿਚਾਰ ਦਿੱਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਤਾਂ ਵਿਦਵਾਨ ਸੱਜਣ ਕਹਿੰਦੇ ਜਪਜੀ ਸਾਹਿਬ ਬਾਣੀ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਚੋੜ ਹੈ। ਰਾਹੋਂ ਵਾਲੀ ਤੁਕ ਕਹਿ ਲਈਏ ਜਪਜੀ ਸਾਹਿਬ ਬਾਣੀ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਜਪਜੀ ਸਾਹਿਬ ਦੀ ਹੀ ਵਿਆਖਿਆ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੀਤੀ ਜਾ ਰਹੀ। ਤੇ ਜੇ ਹੋਰ ਨੇੜੇ ਆ ਜਾਈਏ, ਕੋਈ 4-6 ਅੱਖਰਾਂ ਵਿੱਚ ਹੀ ਸਮਝਣਾ ਚਾਹੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਪਿਆ, ਤਾਂ ਉਹ ਮੂਲ ਮੰਤਰ ਹੈ ਜਿਹਨੂੰ ਰੋਜ਼ ਤੁਸੀਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ੍ਹਦੇ ਹੋ। ਇਉਂ ਮੰਨ ਲਓ ਕਿ ਸਮੁੱਚੇ ਗੁਰੂ ਗ੍ਰੰਥ ਸਾਹਿਬ ਇੱਕ ਦਰਖਤ ਦੀ ਨਿਆਈ ਨੇ ਬਹੁਤ ਵੱਡੇ, ਪਰ ਉਸ ਦਰਖਤ ਦਾ ਜਿਹੜਾ ਬੀਜ ਸੂਖਸ਼ਮ ਹੈ ਮੂਲ ਮੰਤਰ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਮੂਲ ਮੰਤਰ ਦੀ ਵਿਆਖਿਆ ਬਾਕੀ ਜਪਜੀ ਸਾਹਿਬ ਵਿੱਚ, ਜਪਜੀ ਸਾਹਿਬ ਦੀ ਵਿਆਖਿਆ ਹੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੀਤੀ ਜਾ ਰਹੀ ਹੈ। ਉਵੇਂ ਹੀ ਹਰ ਸ਼ਬਦ ਵਿੱਚ ਤਕਰੀਬਨ ਸ਼ਬਦ ਦਾ ਕੇਂਦਰੀ ਭਾਵ ਸਮਝਣ ਵਾਸਤੇ ਇੱਕ ਪੰਕਤੀ ਰਾਹੋਂ ਵਾਲੀ ਸਤਿਗੁਰੂ ਜੀ ਨੇ ਤਕਰੀਬਨ ਲਿਖ ਦਿੱਤੀ। ਜਦੋਂ ਵੀ ਕਦੇ ਅਸੀਂ ਕਿਸੇ ਸ਼ਬਦ ਦੀ ਵਿਚਾਰ ਕਰਨ ਲਈ ਬੈਠਦੇ ਹਾਂ, ਸਮਝਣ ਲਈ ਬੈਠਦੇ ਹਾਂ, ਅਰਥ ਸਮਝਣ ਲਈ ਬੈਠਦੇ ਹਾਂ, ਤਾਂ ਉਹ ਸ਼ਬਦ ਦੀ ਰਾਹੋਂ ਵਾਲੀ ਤੁਕ ਤੋਂ ਆਰੰਭ ਕੀਤੇ ਜਾਣ। ਅੱਜ ਦਾ ਜੋ ਸ਼ਬਦ ਰਾਹੋਂ ਵਾਲੀ ਤੁਕ ਵਿੱਚ ਭਗਤ ਕਬੀਰ ਸਾਹਿਬ ਅਰਦਾਸ ਰੂਪ ਵਿੱਚ ਆਪਣਾ ਦੁੱਖ ਪ੍ਰਮਾਤਮਾ ਅੱਗੇ, ਅਕਾਲ ਪੁਰਖ ਵਾਹਿਗੁਰੂ ਅੱਗੇ ਪ੍ਰਗਟ ਕਰਦੇ ਨੇ। ਤੇ ਸ਼ਬਦਾਵਲੀ ਬੜੀ ਪਿਆਰੀ ਕਬੀਰ ਜੀ ਨੇ ਵਰਤੀ, ਕਹਿੰਦੇ ਮਾਧੋ ਦਾਰਨ ਦੁੱਖ ਸਹਿਓ ਨਾ ਜਾਏ। ਮਾਧੋ ਦਾ ਅਰਥ ਹੈ ਉਹ ਪ੍ਰਮਾਤਮਾ ਜੋ ਮਾਇਆ ਦਾ ਪਤੀ ਹੈ, ਕੁੱਲ ਕਾਇਨਾਤ ਬ੍ਰਹਿਮੰਡ ਦੀ ਸੰਭਾਲ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਅਨੇਕਾਂ ਨਾਵਾਂ ਨਾਲ ਰੱਬ ਜੀ ਨੂੰ ਯਾਦ ਕੀਤਾ, ਭਗਤਾਂ ਨੇ ਰੱਬੀ ਪਿਆਰਿਆਂ ਨੇ।
ਤੇ ਉਹ ਨਾਮ ਜਿਹੜੇ ਨੇ ਉਹਨਾਂ ਨੂੰ ਕਿਰਤਮ ਨਾਮ ਕਿਹਾ ਗੁਰਬਾਣੀ ਵਿੱਚ। ਜਿਵੇਂ ਅਸੀਂ ਦੇਖਦੇ ਨਾ ਸੰਸਾਰਿਕ ਤੌਰ ਤੇ ਕੋਈ ਬੰਦਾ ਕਿਸੇ ਮਹਿਕਮੇ ਵਿੱਚ ਕੰਮ ਕਰਦਾ, ਕਿਰਤ ਕਰਦਿਆਂ ਕਰਦਿਆਂ ਉਸ ਕਿੱਤੇ ਨਾਲ ਜੁੜਿਆ ਹੋਇਆ ਹੀ ਨਾਮ ਪੈ ਗਿਆ ਹੁੰਦਾ। ਜਿੱਦਾਂ ਕਿਸੇ ਬੰਦੇ ਨੇ ਲੋਹੇ ਦਾ ਕੰਮ ਕਰਨਾ ਸ਼ੁਰੂ ਕੀਤਾ, ਸਹਿਜੇ ਸਹਿਜੇ ਲੋਕ ਉਹਨੂੰ ਲੋਹਾਰ ਕਹਿਣ ਲੱਗ ਪਏ। ਕਿਸੇ ਨੇ ਸੋਨੇ ਦੀ ਘਾਲਤ, ਸੋਨੇ ਦੇ ਗਹਿਣੇ ਬਣਾਉਣੇ ਸ਼ੁਰੂ ਕਰ ਦਿੱਤੇ, ਉਹਦਾ ਨਾਮ ਸੁਨਿਆਰ ਪੈ ਗਿਆ। ਉਵੇਂ ਹੀ ਜਦੋਂ ਰੱਬ ਜੀ ਦੇ ਕਰਮਾਂ ਨੂੰ ਦੇਖਿਆ, ਵਾਹਿਗੁਰੂ ਜੀ ਦੇ ਗੁਣਾਂ ਨੂੰ ਦੇਖਿਆ, ਭਗਤਾਂ ਨੇ, ਰੱਬੀ ਪਿਆਰੇ ਨੇ ਉਹਦੇ ਗੁਣਾਂ ਵਿੱਚੋਂ ਉਹਦੇ ਨਾਮ ਪ੍ਰਗਟ ਕਰ ਦਿੱਤੇ, ਜਿਹਨੂੰ ਗੁਰਬਾਣੀ ਨੇ ਕਿਹਾ ਕਿਰਤਮ ਨਾਮ ਕਥੇ ਤੇਰੇ ਜਿਹਵਾ। ਕਿਰਤਮ ਦਾ ਅਰਥ ਹੁੰਦਾ ਕਿਰਤ ਵਿੱਚੋਂ ਪੈਦਾ ਹੋਏ ਨਾਮ। ਕੋਈ ਉਹਨੂੰ ਗੋਪਾਲ ਕਹਿ ਰਿਹਾ ਸੀ, ਕੋਈ ਰਾਮ ਕਹਿ ਰਿਹਾ, ਕੋਈ ਦਇਆਲ ਕਹਿ ਰਿਹਾ। ਹੁਣ ਇਹ ਸਾਰੇ ਹੀ ਕਿਰਤਮ ਨਾਮ ਨੇ, ਗੁਣਵਾਚਕ ਨਾਮ ਹਨ। ਗੋ ਦਾ ਅਰਥ ਹੈ ਧਰਤੀ, ਤੇ ਪਾਲ ਦਾ ਅਰਥ ਹੈ ਜੋ ਸਾਰੀ ਧਰਤੀ ਨੂੰ ਪਾਲ ਰਿਹਾ। ਹੁਣ ਸਾਰੀ ਧਰਤੀ ਨੂੰ ਕੌਣ ਪਾਲਦਾ? ਅਸੀਂ ਤੇ ਪਾਲਦੇ ਨਹੀਂ। ਸਾਨੂੰ ਤੇ ਆਪਣੇ ਇੱਕ ਘਰ ਦਾ ਨਹੀਂ ਪਤਾ, ਸਾਡੇ ਘਰ ਵਿੱਚ ਕੀ ਹੋ ਰਿਹਾ, ਕਿਵੇਂ ਸਾਡਾ ਪਰਿਵਾਰ ਪਲ ਰਿਹਾ। ਪਰ ਰੱਬ ਪ੍ਰਮਾਤਮਾ ਜੋ ਇਸ ਸਾਰੀ ਧਰਤੀ ਨੂੰ ਪਾਲ ਰਿਹਾ ਹੈ, ਸਾਰੇ ਉਹਦੇ ਚਿੱਤ ਚੇਤੇ ਵਿੱਚ ਨੇ। ਰੋਜ਼ ਪੜ੍ਹਦੇ ਹੋ ਨਾ, ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਇੱਕ ਮੁਲਕ ਦੀ ਸਰਕਾਰ ਨੂੰ ਆਪਣੇ ਮੁਲਕ ਦੇ ਲੋਕ ਸਾਂਭਣ ਵਾਸਤੇ ਕਿੰਨੇ ਯਤਨ ਕਰਨੇ ਪੈਂਦੇ, ਕਿੰਨੀਆਂ ਆਈਡੀਆਂ ਤੁਹਾਡੀਆਂ ਬਣਦੀਆਂ ਨੇ। ਪਰ ਕਹਿੰਦੇ ਰੱਬ ਜੀ ਦੇ ਸਾਰਾ ਕੁਝ ਚਿੱਤ ਚੇਤੇ ਵਿੱਚ ਹੀ ਹੈ। ਉਹਨੇ ਕੋਈ ਕਾਰਡ ਨਹੀਂ ਬਣਾਇਆ, ਉਹਨੇ ਹੋਰ ਕੋਈ ਯਤਨ ਨਹੀਂ ਕੀਤੇ। ਚਿੱਤ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦਾ ਲਾਇੰਦਾ। ਸਾਰਿਆਂ ਨੂੰ ਉਹਨੇ ਧੰਦਿਆਂ ਵਿੱਚ ਲਾਇਆ, ਸਾਰਿਆਂ ਨੂੰ ਉਹਨੇ ਕਿਰਤ ਵਿੱਚ ਲਾਇਆ, ਤੇ ਸਾਰਿਆਂ ਦੀ ਪਰਵਰਿਸ਼, ਸਾਰਿਆਂ ਦੀ ਪ੍ਰਤਪਾਲਨਾ ਔਰ ਨਿਰੰਕਾਰ ਪ੍ਰਮਾਤਮਾ ਵਾਹਿਗੁਰੂ ਨਿਰੰਤਰ ਕਰ ਰਿਹਾ, ਸਮੁੱਚੀ ਕੁਦਰਤ ਨੂੰ ਸੰਭਾਲ ਰਿਹਾ। ਇਸ ਕਰਕੇ ਭਗਤਾਂ ਨੇ ਉਹਦਾ ਨਾਮ ਰੱਖ ਦਿੱਤਾ ਗੋਪਾਲ। ਗੋ ਧਰਤੀ, ਪਾਲ ਦਾ ਅਰਥ ਹੈ ਪਾਲਣ ਵਾਲਾ। ਉਹਦਾ ਨਾਮ ਰੱਖ ਦਿੱਤਾ ਦਇਆਲ। ਆਲਯ ਸ਼ਬਦ ਦਾ ਆਖਰੀ ਅਰਥ ਹੁੰਦਾ ਘਰ, ਤੇ ਦਇਆ ਦਾ ਘਰ, ਜੋ ਦਇਆ ਕਰਦਾ ਸਦਾ ਹੀ, ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਹੁਣ ਰੱਬ ਵਰਗੀ ਕਿਰਪਾ ਕੋਈ ਕਰ ਸਕਦਾ? ਅਸੀਂ ਤੇ ਜਦੋਂ ਵੀ ਕਿਸੇ ਤੇ ਕਿਰਪਾ ਕਰਦੇ ਹਾਂ, ਕੋਈ ਗੁਣ, ਕੋਈ ਪਰਉਪਕਾਰ ਕਰਦੇ ਹਾਂ, ਸਭ ਤੋਂ ਪਹਿਲਾਂ ਆਪਣਾ ਸਵਾਰਥ ਦੇਖਦੇ ਹਾਂ। ਸਵਾਰਥ ਦੇ ਕਈ ਰੂਪ ਹੋ ਸਕਦੇ ਨੇ। ਉਹਦੇ ਕੋਲੋਂ ਕੋਈ ਸਾਡਾ ਮਸਲਾ ਹੱਲ ਹੁੰਦਾ, ਉਹ ਵੀ ਨਾ ਹੁੰਦਾ ਹੋਵੇ ਤੇ ਇੱਕ ਸਵਾਰਥ ਤੇ ਹੁੰਦਾ ਹੀ ਹੈ ਨਾ, ਕਿ ਜਿਹਦਾ ਅਸੀਂ ਭਲਾ ਕਰਨ ਲੱਗੇ ਉਹ ਘੱਟੋ ਘੱਟ ਸਾਡਾ ਧੰਨਵਾਦ ਤੇ ਕਰੇ, ਝੁੱਕ ਕੇ ਤਾਂ ਰਹੇ ਸਾਹਮਣੇ। ਇੰਨੀ ਭਾਵਨਾ ਤੇ ਮਨੁੱਖ ਦੇ ਅੰਦਰ ਕੁਦਰਤੀ ਪੈਦਾ ਹੋ ਜਾਂਦੀ। ਪਰ ਕਹਿੰਦੇ ਰੱਬ ਵਰਗਾ ਦਿਆਲੂ ਕੋਈ ਦੁਨੀਆ ਦੇ ਤਖਤੇ ਤੇ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਸਾਰਿਆਂ ਦੇ ਦੁੱਖ, ਸਾਰਿਆਂ ਦੇ ਅਵਗੁਣ ਉਹਦੇ ਸਾਹਮਣੇ ਨਸਰ ਨੇ। ਅਸੀਂ ਲੁਕੋਏ ਹੋਏ ਨੇ ਇੱਕ ਦੂਜੇ ਤੋਂ, ਪਰ ਅੰਤਰਜਾਮੀ ਪ੍ਰਮਾਤਮਾ ਅੱਗੇ ਸਾਰਿਆਂ ਦੇ ਦੁੱਖ ਕਲੇਸ਼, ਸਾਰਿਆਂ ਦੇ ਮਨ ਦੀ ਅਵਸਥਾ, ਸਾਰਿਆਂ ਦੇ ਮਨ ਦੇ ਵਿਕਾਰਾਂ ਦਾ ਉਹਨੂੰ ਪਤਾ ਹੈ। ਪਰ ਦੋਖਨ ਦੇਖਤ ਹੈ ਦੇਤ ਨਾ ਹਾਰੇ, ਫਿਰ ਵੀ ਆਪਣੇ ਭੰਡਾਰੇ ਖੋਲ ਕੇ ਬੈਠਾ। ਤੁਸੀਂ ਪੜ੍ਹਦੇ ਹੋ ਨਾ, 3 ਪ੍ਰਕਾਰ ਦੇ ਲੋਕ ਨੇ ਕੁਦਰਤ ਵਿੱਚ, ਔਰ ਅਸੀਂ ਆਪਣੇ ਹਿਰਦੇ ਨੂੰ ਪੁੱਛਣਾ ਅਸੀਂ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਹਾਂ। ਸਤਿਗੁਰੂ ਕਹਿੰਦੇ ਪਹਿਲੀ ਕਿਸਮ ਉਹ ਹੈ ਜਿਹੜੇ ਰੱਬ ਤੋਂ ਨਿਰੰਤਰ ਦਾਤਾਂ ਲੈ ਰਹੇ ਆ, ਪ੍ਰਮਾਤਮਾ ਤੋਂ ਸਹੂਲਤਾਂ ਮਾਣ ਰਹੇ ਆ ਜ਼ਿੰਦਗੀ ਵਿੱਚ, ਪਰ ਕਦੇ ਦਾਤ ਲੈ ਕੇ ਉਸ ਦਾਤੇ ਦਾ ਸ਼ੁਕਰਾਨਾ ਨਹੀਂ ਕਰਦੇ। ਸਗੋਂ ਦਾਤਾਂ ਲੈ ਕੇ ਰੱਬ ਜੀ ਦੇ ਘਰੋਂ ਭੁੱਲ ਜਾਂਦੇ ਨੇ, ਮੁੱਕਰ ਜਾਂਦੇ ਆ। ਜਿੱਦਾਂ ਆਮ ਤੁਸੀਂ ਦੇਖੋ ਨਾ, ਕੋਈ ਬੰਦਾ ਕਿਸੇ ਤੋਂ ਉਧਾਰ ਲੈ ਲਵੇ ਪੈਸੇ, ਤੇ ਮੁੜ ਕੇ ਹੱਥ ਖੜੇ ਕਰ ਜੇ, ਮੁੱਕਰ ਜੇ ਵੀ ਮੈਂ ਤੇ ਲਏ ਨਹੀਂ ਤੇ ਨਾ ਹੀ ਮੈਂ ਦੇਣੇ ਨੇ। ਅਸੀਂ ਉਹਨੂੰ ਕਿਸ ਰੂਪ ਵਿੱਚ ਦੇਖਾਂਗੇ ਸੰਸਾਰ ਵਿੱਚ? ਕਿ ਇੱਕ ਤਾਂ ਔਖੇ ਵੇਲੇ ਮੈਂ ਇਸ ਬੰਦੇ ਦੀ ਮਦਦ ਕੀਤੀ, ਸਹਾਇਤਾ ਕੀਤੀ, ਪਰ ਅੱਜ ਇਹ ਦੇਣ ਦੀ ਜਗ੍ਹਾ ਮੁੱਕਰ ਹੀ ਗਿਆ। ਧੰਨਵਾਦ ਦੂਰ ਦੀ ਗੱਲ, ਮੁੱਕਰ ਹੀ ਗਿਆ, ਮੇਰੇ ਪੈਸੇ ਵਾਪਸ ਮੋੜਨ ਲਈ ਤਿਆਰ ਨਹੀਂ। ਸਤਿਗੁਰੂ ਬਾਣੀ ਵਿੱਚ ਕਹਿੰਦੇ ਇੱਕ ਕਿਸਮ ਇਹ ਹੈ ਲੋਕਾਂ ਦੀ, ਦੁਨੀਆ ਵਿੱਚ ਕਿੰਨੇ ਲੋਕ ਉਹ ਨੇ ਜਿਹੜੇ ਰੱਬ ਤੋਂ ਦੁਨੀਆ ਭਰ ਦੀਆਂ ਦਾਤਾਂ ਲੈ ਕੇ ਤੇ ਮੁੱਕਰ ਹੀ ਗਏ, ਮੁੱਕਰ ਗਏ। ਸਾਨੂੰ ਕੁਝ ਨਹੀਂ ਮਿਲਿਆ। ਰੋਜ਼ ਦੇ ਕੀਰਨੇ, ਅਰਦਾਸਾਂ ਵਿੱਚ ਅਸੀਂ ਆਈ ਕੁਝ ਕਹਿੰਦੇ ਆ। ਜਦੋਂ ਆਪਣਾ ਦੁੱਖ, ਆਪਣੀਆਂ ਮੰਗਾਂ ਰੱਖ ਰਹੇ ਹੁੰਦੇ ਆ ਨਾ, ਉਹਦੇ ਪਿੱਛੇ ਭਾਵ ਇੱਕ ਇਹੀ ਹੁੰਦਾ ਕਿ ਜੋ ਰੱਬਾ ਤੂੰ ਦਿੱਤੀਆਂ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਜਿਹਨੂੰ ਗੁਰੂ ਅਰਜਨ ਪਿਤਾ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਕਿਹਾ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। 10 ਵਸਤੂਆਂ ਲੈ ਕੇ ਪਿੱਛੇ ਕਰ ਦਿੰਦਾ ਹੈ, ਲੁਕੋ ਲੈਂਦਾ ਹੈ, ਇੱਕ ਦੀ ਖਾਤਰ ਲੜਾਈ ਕਰਦਾ ਹੈ, ਝਗੜਾ ਕਰਦਾ ਹੈ, ਤ੍ਰਿਸ਼ਨਾ ਹੈ ਅੰਦਰ। ਦੂਜੇ ਤਰੀਕੇ ਦੇ ਲੋਕ ਉਹ ਨੇ ਜਿਹੜੇ ਲੈ ਵੀ ਰਹੇ ਆ, ਖਾ ਵੀ ਰਹੇ ਆ, ਭੋਗ ਵੀ ਰਹੇ ਆ, ਪਰ ਕਦੇ ਉਹਦਾ ਸ਼ੁਕਰਾਨਾ ਨਹੀਂ ਕਰਦੇ। ਉਹਨਾਂ ਨੂੰ ਮੂਰਖ ਕਹਿੰਦੇ ਆ। ਤੁਸੀਂ ਦੇਖੋ ਨਾ, ਇੱਕ ਟਿਸ਼ੂ ਵੀ ਸਾਨੂੰ ਕੋਈ ਪਕੜਾਏ, ਹਾਲਾਂਕਿ ਉਹਦੀ ਕਿੰਨੀ ਔਕਾਤ ਹੈ ਇੱਕ ਕਾਗਜ਼ ਦੀ,
ਕੁਝ ਚਿਰ ਅਸੀਂ ਹੱਥ ਸਾਫ਼ ਕਰਨੇ ਨੇ ਤੇ ਡਸਟਬਿਨ 'ਚ ਪਾ ਕੇ ਅੱਗੇ ਜਾਵਾਂਗੇ। ਪਰ ਇਹ ਸਭ ਤੋਂ ਪਹਿਲਾਂ ਸ਼ਬਦ ਕੀ ਕਹਿੰਦੇ? ਥੈਂਕ ਯੂ, ਦੇਣ ਵਾਲੇ ਦਾ। ਪਰ ਗੁਰੂ ਬਾਣੀ ਵਿੱਚ ਕਹਿੰਦੇ ਜਿਨਨੇ ਇੰਨਾ ਸੁੰਦਰ ਸਰੀਰ ਦਿੱਤਾ ਤੇ ਸਰੀਰ ਦੇ ਨਾਲ ਇਸ ਸਰੀਰ ਨੂੰ ਚੱਲਦਾ ਰੱਖਣ ਲਈ ਵਿੱਚ ਸਵਾਸ ਪਾਏ ਨੇ, ਹੁਣ ਇਹਨਾਂ ਦੀ ਕੋਈ ਕੀਮਤ ਹੈ? ਇਹਨਾਂ ਦਾ ਕੋਈ ਮੁੱਲ ਹੈ? ਕਿਤੇ ਇੱਕ ਸਵਾਸ ਕਿਸੇ ਬਾਜ਼ਾਰ ਵਿੱਚੋਂ ਖਰੀਦਿਆ ਜਾ ਸਕੇ? ਔਰ ਜਿੰਨੇ ਸੁੰਦਰ ਗਿਆਨ ਇੰਦਰੇ ਰੱਬ ਜੀ ਨੇ ਦਿੱਤੇ ਨੇ, ਨੇਤਰਾਂ ਦੀ ਥੋੜੀ ਜੋਤੀ ਘਟ ਜੇ, ਡਾਕਟਰ ਕਹਿੰਦਾ ਵੀ ਚਸ਼ਮਾ ਲਾ ਕੇ ਤੇਰਾ ਕੰਮ ਸਾਰ ਸਕਦੇ, ਪਰ ਜੇ ਅੰਦਰੋਂ ਮੁੱਕੀ ਜਾਏ ਬਿਲਕੁਲ ਹੀ, ਫਿਰ ਸਾਰਿਆਂ ਦੇ ਹੱਥ ਖੜੇ ਆ, ਫਿਰ ਨਹੀਂ ਕੁਝ ਹੋ ਸਕਦਾ। ਤੇ ਗੁਰੂ ਬਾਣੀ ਵਿੱਚ ਕਹਿੰਦੇ ਉਹਦੀ ਦਾਤ ਕੀ ਹੈ? ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਸਭ ਕੁਝ ਉਹਦਾ ਦਿੱਤਾ ਹੋਇਆ। ਜੇਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਨ, ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਅੱਖੀਂ ਦੇਖੈ ਜਿਹਵਾ ਬੋਲੇ ਕੰਨੀ ਸੁਰਤ ਸਮਾਏ। ਬੰਦਾ ਅੱਖਾਂ ਨਾਲ ਦੇਖ ਰਿਹਾ, ਰਸਨਾ ਨਾਲ ਬੋਲ ਰਿਹਾ, ਕੰਨਾਂ ਨਾਲ ਸੁਣ ਰਿਹਾ। ਕਿੰਨਾ ਸੁੰਦਰ ਪ੍ਰਮਾਤਮਾ ਨੇ ਸਰੀਰ ਦਾ ਢਾਂਚਾ ਬਣਾ ਦਿੱਤਾ ਰੱਬ ਜੀ ਨੇ। ਪਰ ਸਤਿਗੁਰੂ ਕਹਿੰਦੇ ਮਨੁੱਖ ਦੀ ਹਾਲਤ ਕੀ ਹੈ? ਦੂਜੀ ਕਿਸਮ ਦੇ ਨੇ, ਜਿਨ ਰਚ ਰਚਿਆ ਤਿਸੈ ਨਾ ਜਾਣੇ, ਅੰਧਾ ਅੰਧ ਕਮਾਏ। ਜਿਹਨੇ ਪੈਦਾ ਕੀਤਾ ਉਹਨੂੰ ਨਹੀਂ ਜਾਣਦਾ, ਉਹਦੇ ਨਾਲ ਸਾਂਝ ਨਹੀਂ ਬਣਾਉਂਦਾ। ਸਤਿਗੁਰੂ ਕਹਿੰਦੇ ਐਸੇ ਵੀ ਲੋਕ ਨੇ ਜਿਹੜੇ ਉਹਨੂੰ ਭੁੱਲ ਗਏ, ਮੂਰਖਾਂ ਵਾਂਗ। ਤੁਸੀਂ ਦੇਖੋ ਨਾ, ਤੁਹਾਡੇ ਹੱਥੋਂ ਕੋਈ ਟਿਸ਼ੂ ਫੜ ਲਵੇ, ਕੋਈ ਵੀ ਚੀਜ਼ ਤੁਸੀਂ ਤਾਂ ਲੈ ਲਏ ਤੇ ਵਰਤ ਕੇ ਅੱਗੇ ਜਾਏ, ਅਸੀਂ ਕਹਾਂਗੇ ਕਿੱਡਾ ਮੂਰਖ ਬੰਦਾ, ਮੈਂ ਸਹਾਇਤਾ ਕੀਤੀ, ਮੈਂ ਹੈਲਪ ਕੀਤੀ, ਤੇ ਕੋਈ ਥੈਂਕ ਯੂ ਨਹੀਂ, ਕੋਈ ਧੰਨਵਾਦ ਨਹੀਂ। ਗੁਰੂ ਕਹਿੰਦੇ ਦੁਨੀਆ ਵਿੱਚ ਹੁਣ ਕਿੰਨੇ ਐਸੇ ਵਸ ਰਹੇ ਨੇ, ਸ਼ਾਇਦ ਅਸੀਂ ਵੀ ਉਹਨਾਂ ਵਿੱਚੋਂ ਇੱਕ ਹੋਈਏ। ਤੇ ਤੀਜੇ ਉਹ ਵੀ ਨੇ ਪਾਤਸ਼ਾਹ ਕਹਿੰਦੇ ਕੁਦਰਤ ਵਿੱਚ, ਜਿਹੜੇ ਰੱਬ ਤੋਂ ਦਾਤਾਂ ਲੈਂਦੇ ਆ, ਹਮੇਸ਼ਾ ਉਹਦਾ ਸ਼ੁਕਰਾਨਾ ਕਰਦੇ ਨੇ। ਤੇ ਕੱਲਾ ਇਹ ਨਹੀਂ ਕਿ ਦਾਤਾਂ ਲੈ ਕੇ, ਸੁੱਖ ਲੈ ਕੇ ਉਹਦਾ ਸ਼ੁਕਰਾਨਾ ਕਰਦੇ ਆ, ਕਿਸੇ ਵੇਲੇ ਜੇ ਜ਼ਿੰਦਗੀ ਅੰਦਰ ਦੁੱਖ ਵੀ ਆ ਜਾਏ ਤਾਂ ਵੀ ਉਹ ਰੱਬ ਦਾ ਸ਼ੁਕਰਾਨਾ ਕਰਦੇ ਆ। ਇੱਕ ਰਾਜਾ ਕਿਤੇ ਆਪਣੇ ਵਜ਼ੀਰ ਨੂੰ ਲੈ ਕੇ ਨਾ ਬਾਗ ਵਿੱਚ ਟਹਿਲ ਰਿਹਾ, ਨਿਗਾਹ ਮਾਰ ਕੇ ਦੇਖਦਾ ਇੱਕ ਬੇਮੌਸਮਾ ਫਲ ਕਿਸੇ ਦਰਖਤ ਨੂੰ ਲੱਗਾ ਹੋਇਆ ਹੈ। ਬੜਾ ਹੈਰਾਨ ਹੋਇਆ ਵੀ ਮੌਸਮ ਤਾਂ ਹੈ ਨਹੀਂ, ਪਰ ਇਹ ਫਲ ਜਿਹੜਾ ਦਰਖਤ ਨੂੰ ਲੱਗਾ ਹੋਇਆ ਹੈ, ਚੈੱਕ ਕਰਕੇ ਦੇਖੀਏ। ਨੌਕਰ ਨੂੰ ਹੁਕਮ ਕੀਤਾ ਤੇ ਉਹ ਫਲ ਦਰਖਤ ਤੋਂ ਤੁੜਵਾ ਲਿਆ। ਹੁਣ ਰਾਜੇ ਦਾ ਵਜ਼ੀਰ ਨਾਲ ਬੜਾ ਗੂੜਾ ਪਿਆਰ ਹੈ, ਕਹਿੰਦਾ ਅੱਜ ਬੇਮੌਸਮਾ ਫਲ ਵੀ ਖਾ ਕੇ ਦੇਖਦੇ ਹਾਂ ਤੇ ਆਪਾਂ ਦੋਵੇਂ ਹੀ ਚੈੱਕ ਕਰਾਂਗੇ। ਰਾਜੇ ਦਾ ਇੰਨਾ ਪਿਆਰ ਹੈ ਕਿ ਉਹਨੇ ਫਲ ਮੰਗਵਾ ਕੇ ਸਭ ਤੋਂ ਪਹਿਲਾਂ ਵਜ਼ੀਰ ਦੀ ਤਲੀ ਤੇ ਰੱਖ ਦਿੱਤਾ ਵੀ ਤੂੰ ਚੱਖ ਲੈ ਪਹਿਲਾਂ ਥੋੜਾ ਜਿਹਾ, ਫਿਰ ਮੈਂ ਦੇਖਦਾ ਬੇਮੌਸਮਾ ਫਲ ਕਿਹੋ ਜਿਹਾ ਸਵਾਦ ਦਿੰਦਾ। ਰਾਜੇ ਦੇ ਹੱਥੋਂ ਵਜ਼ੀਰ ਨੇ ਪਕੜਿਆ, ਮੂੰਹ ਮਾਰਿਆ ਤੇ ਫਲ ਜਿਹੜਾ ਸੀ ਜ਼ਹਿਰ ਵਰਗਾ ਕੌੜਾ, ਜ਼ਹਿਰ ਵਰਗਾ ਕੌੜਾ, ਕਿਉਂਕਿ ਮੌਸਮ ਨਹੀਂ ਸੀ। ਉਹਨੇ ਮੂੰਹ ਮਾਰਿਆ, ਰਾਜਾ ਪੁੱਛਦਾ ਕਿਵੇਂ ਦਾ? ਕਹਿੰਦਾ ਬਹੁਤ ਸਵਾਦ ਹੈ। ਉਹਨੇ ਹੋਰ ਇੱਕ ਦੋ ਟੁਕੜੇ ਜਿਹੜੇ ਸਨ ਉਹਦੇ ਖਾਦੇ। ਰਾਜਾ ਕਹਿੰਦਾ ਕੋਈ ਗੱਲ ਨਹੀਂ, ਜੇ ਇੰਨਾ ਤੈਨੂੰ ਸਵਾਦ ਲੱਗ ਰਿਹਾ ਤੂੰ ਸਾਰਾ ਹੀ ਖਾ ਲੈ ਭਾਵੇਂ, ਪਰ ਘੱਟੋ ਘੱਟ ਇੱਕ ਟੁਕੜਾ ਤਾਂ ਮੈਨੂੰ ਦੇ ਦੇ, ਮੈਂ ਵੀ ਚੈੱਕ ਕਰ ਲਾਂ ਕਿ ਇੱਕ ਬੇਮੌਸਮਾ ਫਲ ਹੈ ਵੀ ਇੱਕ, ਜੇ ਹੋਰ ਹੁੰਦੇ ਮੈਂ ਹੋਰ ਤੁੜਵਾ ਲੈਂਦਾ, ਮੈਂ ਵੀ ਚੈੱਕ ਕਰਕੇ ਦੇਖਾਂ ਕਿ ਸਵਾਦ ਕਿਵੇਂ ਦਾ ਇਹਦਾ। ਵਜ਼ੀਰ ਕਹਿੰਦਾ ਰਾਜਨ ਮੇਰਾ ਚਿੱਤ ਕਰਦਾ ਮੈਂ ਅੱਜ ਸਾਰਾ ਹੀ ਖਾ ਲਾਂ। ਉਹ ਵੀ ਹੈਰਾਨ ਹੋਇਆ ਵੀ ਪਹਿਲੀ ਵਾਰ ਕਿਤੇ ਐਸਾ ਹੋ ਰਿਹਾ। ਇਵੇਂ ਆਪਸ ਵਿੱਚ ਬਹਿਸ ਹੁੰਦਿਆਂ ਹੋਇਆ ਰਾਜੇ ਨੇ ਇੱਕ ਟੁਕੜਾ ਖੋਹਣਾ ਚਾਹਿਆ ਵਜ਼ੀਰ ਦੇ ਹੱਥੋਂ। ਖੋਹਦਿਆਂ ਵਜ਼ੀਰ ਨੇ ਤਕਰੀਬਨ ਸਾਰਾ ਹੀ ਫਲ ਖਾ ਲਿਆ, ਇੱਕ ਟੁਕੜਾ ਸਿਰਫ ਰਾਜੇ ਦੇ ਹੱਥ ਆਇਆ। ਉਹਨੇ ਆਪਣੀ ਰਸਨਾ ਤੇ ਚੱਖਿਆ ਤੇ ਜ਼ਹਿਰ ਵਰਗਾ ਕੌੜਾ ਜ਼ਮੀਨ ਤੇ ਥੁੱਕ ਦਿੱਤਾ। ਕਹਿੰਦਾ ਇੰਨਾ ਕੌੜਾ ਫਲ ਤੇ ਤੂੰ ਮਿੱਠਾ ਕਰਕੇ ਖਾਈ ਜਾਂਦਾ, ਤੂੰ ਪਹਿਲਾਂ ਮੈਨੂੰ ਦੱਸ ਦਿੰਦਾ। ਬੜਾ ਪਿਆਰਾ ਜਵਾਬ ਦਿੱਤਾ ਉਹਨੇ। ਕਹਿੰਦਾ ਰਾਜਨ ਕਿੰਨਾ ਲੰਮਾ ਸਮਾਂ ਹੋ ਗਿਆ ਤੇਰੇ ਦਰਬਾਰ ਵਿੱਚ ਨੌਕਰੀ ਕਰਦੇ ਆ, ਪਤਾ ਨਹੀਂ ਕਿੰਨੇ ਸਵਾਦਲੇ ਫਲ ਇਹਨਾਂ ਹੱਥਾਂ ਤੋਂ ਹੁਣ ਤੱਕ ਪ੍ਰਾਪਤ ਹੋਏ ਜਿਹੜੇ ਖਾਏ ਨੇ। ਔਰ ਮੈਂ ਇਕੱਲੇ ਨਹੀਂ, ਮੇਰਾ ਪਰਿਵਾਰ, ਮੇਰਾ ਕੁਟੁੰਬ ਸਭ ਕੁਝ ਤੇਰੇ ਘਰੋਂ ਪਲ ਰਿਹਾ, ਤੇਰਾ ਦਿੱਤਾ ਹੋਇਆ ਭੋਗ ਰਹੇ ਆ, ਤੇਰਾ ਦਿੱਤਾ ਪਾ ਰਹੇ ਆ, ਤੇਰਾ ਦਿੱਤਾ ਖਾ ਰਹੇ ਆ। ਅੱਜ ਤੱਕ ਇੰਨੇ ਸਵਾਦਲੇ ਫਲ ਪਦਾਰਥ ਇਹਨਾਂ ਹੱਥਾਂ ਵਿੱਚੋਂ ਮਿਲੇ, ਤੇ ਜੇ ਅੱਜ ਇੱਕ ਕੌੜਾ ਫਲ ਇਹਨਾਂ ਹੱਥਾਂ ਤੋਂ ਮਿਲ ਗਿਆ, ਜ਼ਮੀਰ ਨੇ ਆਵਾਜ਼ ਨਹੀਂ ਦਿੱਤੀ ਵੀ ਮੈਂ ਉਲਾਮਾ ਦਾ ਕਹਾਂ ਇਹ ਕੌੜਾ ਹੈ। ਗੱਲ ਫਲ ਦੀ ਨਹੀਂ ਸੀ, ਗੱਲ ਤੇ ਸੀ ਤੇਰੇ ਹੱਥੋਂ ਮਿਲਿਆ ਹੈ। ਤੇ ਅਜੇ ਜ਼ਹਿਰ ਵੀ ਤੇਰੇ ਹੱਥੋਂ ਮਿਲੀ ਹੋਈ ਮੈਨੂੰ ਉਹ ਵੀ ਸਵਾਦ ਲੱਗੀ, ਅੰਮ੍ਰਿਤ ਵਰਗੀ ਲੱਗੀ। ਗੁਰੂ ਕਹਿੰਦੇ ਤਿੰਨ ਕਿਸਮਾਂ ਨੇ ਸੰਸਾਰ ਵਿੱਚ। ਹੁਣ ਬੜੇ ਧਿਆਨ ਨਾਲ ਸੁਣਿਓ, ਰੋਜ਼ ਪੜ੍ਹਦੇ ਹੋ ਤੁਸੀਂ। ਪਹਿਲੀ ਕਿਸਮ ਹੈ ਕੇਤੇ ਲੈ ਲੈ ਮੁਕਰ ਪਾਹੇ। ਦੂਜੀ ਕਿਸਮ ਹੈ ਕੇਤੇ ਮੂਰਖ ਖਾਹੇ ਖਾਹੇ। ਤੇ ਤੀਜੀ ਕਿਸਮ ਹੈ ਕੇਤਿਆਂ ਦੁੱਖ ਭੂਖ ਸਦਮਾਰ ਏ ਪੇ ਦਾਤ ਤੇਰੀ ਦਾਤਾ।
ਕਿੰਨੇ ਉਹ ਨੇ ਜਿਨ੍ਹਾਂ ਨੂੰ ਦੁੱਖ ਵੀ ਮਿਲਿਆ, ਭੁੱਖ ਵੀ ਸਹਿਣ ਨਹੀਂ ਪਈ ਜ਼ਿੰਦਗੀ ਵਿੱਚ, ਪਰ ਫਿਰ ਵੀ ਉਹਦੇ ਅੱਗੇ ਅਰਦਾਸ ਕਰਦੇ, ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਕਿਉਂਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਅਸਲ ਦੁੱਖ ਤੇ ਸੁਖ ਹੈ ਕੀ। ਅਗਿਆਨਤਾ ਵਿੱਚੋਂ ਹੀ ਦੁੱਖ ਪੈਦਾ ਹੋ ਰਿਹਾ ਹੈ। ਜਦੋਂ ਗਿਆਨ ਹੋ ਜਾਂਦਾ ਨਾ, ਚਾਨਣ ਹੋ ਜਾਂਦਾ, ਪਹਿਚਾਣ ਹੋ ਜਾਂਦੀ ਜ਼ਿੰਦਗੀ ਅੰਦਰ, ਤੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਕੋਈ ਪਰਿਵਾਰ ਐਸਾ ਹੈ ਦੁਨੀਆ ਵਿੱਚ ਜਿੰਦੇ ਜੀਵਨ ਵਿੱਚ ਇੱਕ ਨੇ ਸਦੀਵ ਕਾਲੀ ਡੇਰਾ ਲਾ ਲਿਆ ਹੋਵੇ। ਦੁੱਖ ਨੇ ਤੇ ਦੁੱਖ ਹੀ ਸਾਰੀ ਜ਼ਿੰਦਗੀ ਚੱਲ ਰਿਹਾ, ਸੁੱਖ ਨੇ ਤੇ ਸੁੱਖ ਹੀ ਸਾਰਾ ਜੀਵਨ ਚੱਲ ਰਿਹਾ। ਕੋਈ ਪਰਿਵਾਰ ਨਹੀਂ, ਕਿਤੇ ਦੁੱਖ ਹੈ ਕਿਤੇ ਸੁੱਖ ਹੈ। ਬਸ ਇਸੇ ਨੂੰ ਕਿਹਾ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਸਮਝ ਆਉਂਦੀ ਹੈ। ਇੱਕ ਗੱਲ ਦਾ ਖਿਆਲ ਕਰਿਓ, ਮੈਂ ਬਹੁਤ ਵਾਰ ਬੇਨਤੀ ਕਰਦਾ, ਬਹੁਤੀ ਵਾਰੀ ਗੁਰਬਾਣੀ ਦੀ ਵਿਆਖਿਆ ਵੀ ਅਸੀਂ ਰੌਂਗ ਕਰ ਜਾਂਦੇ ਹਾਂ। ਜਦੋਂ ਇਹ ਕਿਹਾ ਜਾਂਦਾ ਨਾ ਇਸ ਦਰ ਤੇ ਆ ਕੇ ਸੁੱਖ ਮਿਲਦੇ ਨੇ, ਬਹੁਤ ਕੁਝ ਮਿਲਦਾ ਹੈ। ਦਾਸ ਰਾਤ ਵੀ ਬੇਨਤੀ ਕਰ ਰਿਹਾ ਸੀ, ਬਹੁਤਾਤ ਥਾਂ ਅਸੀਂ ਸਵਾਰਥ ਕਰਕੇ, ਧਾਰਮਿਕ ਅਸਥਾਨ ਸਵਾਰਥ ਕਰਕੇ ਪੂਜਣੇ ਸ਼ੁਰੂ ਕਰ ਦਿੱਤੇ। ਆਮ ਤੁਸੀਂ ਇਮਾਰਤ ਬਣਾ ਦਿਓ ਗੁਰਦੁਆਰਾ ਸਾਹਿਬ ਦੀ, ਪ੍ਰਕਾਸ਼ ਕਰ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪਾਠ ਹੁੰਦਾ ਹੋਵੇ, ਵਿਆਖਿਆ ਹੁੰਦੀ ਹੋਵੇ, ਕੀਰਤਨ ਹੁੰਦਾ ਹੋਵੇ, ਜੋ ਵੀ ਮਰਿਆਦਾ ਗੁਰੂ ਘਰ ਦੀ ਨਿਰੰਤਰ ਹੁੰਦੀ ਹੋਵੇ, ਸੰਗਤ ਗੁਰਸਿੱਖ ਪਿਆਰੇ ਨਾਮ ਜਪਣ ਵਾਲੇ, ਗੁਰੂ ਚਰਨਾਂ ਵਿੱਚ ਜੁੜਨ ਵਾਲੇ ਆਉਣਗੇ, ਸੁਣਨਗੇ, ਲਾਹਾ ਲੈਣਗੇ। ਪਰ ਇੱਕ ਖਾਸ ਉਦਮ ਕਰਕੇ ਨੇ ਉਸੇ ਗੁਰਦੁਆਰੇ ਦੇ ਨਾਲ ਕੋਈ ਖਾਸ ਚੀਜ਼ ਜੋੜ ਦਿਓ, ਗੱਲ ਜੋੜ ਦਿਓ। ਇੱਥੇ ਆ ਕੇ ਇਹ ਇੱਛਾ ਪੂਰੀ ਹੁੰਦੀ ਹੈ, ਇੱਥੇ ਆ ਕੇ ਦਾਤ ਮਿਲਦੀ ਹੈ। ਬਸ ਪੰਕਤੀ ਲਿਖਣ ਦੀ ਜ਼ਰੂਰਤ ਹੈ, ਫਿਰ ਤੁਸੀਂ ਦੇਖੋ ਉੱਥੇ ਲਾਈਨਾਂ ਲੱਗ ਜਾਣਗੀਆਂ, ਕਤਾਰਾਂ ਲੱਗ। ਇਵੇਂ ਹੀ ਹੁੰਦਾ ਸਮਾਜ ਵਿੱਚ। ਹੁਣ ਤੁਸੀਂ ਕੀ ਆਖੋਗੇ ਕਿ ਵੀ ਉਹ ਜਿਹੜੇ ਕਤਾਰਾਂ ਲਾ ਕੇ ਲੋਕ ਆਇਆ ਗੁਰਮੁਖਾਂ ਨੂੰ ਛੱਡ ਕੇ, ਪਿਆਰ ਵਾਲਿਆਂ ਨੂੰ ਛੱਡ ਕੇ, ਕਿ ਉਹ ਸਾਰੇ ਫਿਰ ਗੁਰੂ ਨੂੰ ਮਿਲਣ ਆਇਆ, ਗੁਰੂ ਕੋਲੋਂ ਕੁਝ ਲੈਣ ਆਇਆ? ਨਹੀਂ ਭਲਿਓ, ਉਹ ਉਹਨਾਂ ਦੇ ਅੰਦਰ ਦਾ ਸਵਾਰਥ ਲੈ ਕੇ ਆਇਆ ਹੈ। ਮੈਂ ਦਿੱਲੀ ਤੋਂ ਆ ਤੇ ਮੈਂ ਦੇਖਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਤੇ 2 ਗੁਰਦੁਆਰਾ ਸਾਹਿਬ ਨੇ ਦਿੱਲੀ ਵਿੱਚ। ਇੱਕੋ ਇਤਿਹਾਸ ਹੈ ਦੋਵਾਂ ਦਾ, ਇੱਕ ਸੀਸਗੰਜ ਸਾਹਿਬ, ਦੂਜਾ ਰਕਾਬਗੰਜ ਸਾਹਿਬ। ਸੀਸਗੰਜ ਸਾਹਿਬ ਗੁਰਦੁਆਰਾ ਅਸਥਾਨ ਉਹ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਤੇ ਰਕਾਬਗੰਜ ਗੁਰਦੁਆਰਾ ਸਾਹਿਬ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੰਸਕਾਰ ਕੀਤਾ ਗਿਆ, ਸਰੀਰ ਦਾ ਸੰਸਕਾਰ ਕੀਤਾ ਗਿਆ। ਦੋਵੇਂ ਸ਼ਹੀਦੀ ਅਸਥਾਨ ਨੇ। ਪਰ ਜਦੋਂ ਸੰਗਤ ਦਾ ਵਰਤੀਰਾ ਦੇਖੀ ਤੇ ਸੀਸਗੰਜ ਸਾਹਿਬ ਲਾਈਨਾਂ ਲੱਗੀਆਂ ਪਈਆਂ ਲੋਕਾਂ ਦੀਆਂ, ਹਾਲਾਂਕਿ ਉਹ ਥਾਂ ਵੀ ਬੜਾ ਭੀੜਾ ਹੈ। ਰਕਾਬਗੰਜ ਗੁਰਦੁਆਰਾ ਸਾਹਿਬ ਥਾਂ ਬਹੁਤ ਖੁੱਲ੍ਹਾ ਹੈ, ਪਾਰਕਿੰਗ ਬੜੀ ਖੁੱਲ੍ਹੀ ਹੈ, ਪਰ ਉੱਥੇ ਕੋਈ ਟਾਵਾਂ ਜਾਂਦਾ ਹੈ, ਕਿਉਂਕਿ ਇੱਕੋ ਪੰਕਤੀ ਪ੍ਰੇਰਿਤ ਕਰ ਰਹੀ ਹੈ, ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੇ ਧਾਏ। ਹੁਣ ਨੌਨਿਧ ਗੁਰਬਾਣੀ ਵਿੱਚ ਕੀ ਹੈ ਉਹ ਗੱਲ ਨਹੀਂ ਸਮਝੀ। ਸਾਨੂੰ ਲੱਗਿਆ ਵੀ ਦੁਨੀਆਵੀ ਮਾਇਆ ਦੀ ਗੱਲ ਚੱਲੀ, 9 ਨਦੀਆਂ ਦੀ ਗੱਲ ਚੱਲੀ, ਪਦਾਰਥਾਂ ਦੀ ਗੱਲ ਚੱਲੀ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਥੋੜੀ ਨਾ ਮਹਿਸੂਸ ਕਰਨ ਗਏ ਉੱਥੇ ਕਿ ਕਿੰਨੀ ਮਹਾਨ ਸ਼ਹਾਦਤ ਸੀ ਜੋ ਧਰਮ ਦੀ ਖਾਤਰ ਦਿੱਤੀ। ਲੋਕਾਂ ਦੇ ਅੰਦਰ 9 ਨਦੀ ਨੇ ਲਾਲਚ ਪੈਦਾ ਕਰ ਦਿੱਤਾ। ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਹੋਈ ਹੈ, ਪਰ ਉੱਥੇ ਕੋਈ ਐਸੀ ਤੁਕ ਨਹੀਂ ਲਿਖੀ ਹੋਈ, ਐਸੀ ਕੋਈ ਵਿਚਾਰ ਨਹੀਂ ਲਿਖੀ ਹੋਈ। ਤੇ ਮੈਂ ਕਈ ਵਾਰ ਬੇਨਤੀ ਕਰਦਾ, ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਗੁਰੂ ਇਹ ਨਹੀਂ ਕਹਿੰਦਾ ਆ ਮੇਰੇ ਕੋਲ ਮੈਂ ਤੈਨੂੰ ਇਹ ਵੀ ਦਾਂਗਾ, ਮੈਂ ਤੈਨੂੰ ਉਹ ਵੀ ਦਾਂਗਾ। ਗੁਰੂ ਕਹਿੰਦਾ ਸੱਜਣਾ ਤੇਰੇ ਕੋਲ ਜਿੰਨਾ ਕੁਝ ਹੈ ਨਾ, ਮੈਂ ਉਹਦੇ ਵਿੱਚ ਤੈਨੂੰ ਸੰਤੁਸ਼ਟ ਰਹਿ ਕੇ ਜੀਉਣਾ ਸਿਖਾਉਂਦਾ, ਜੋ ਤੇਰੀ ਭਟਕਣਾ ਨਹੀਂ ਮੁੱਕੀ ਹਾਲੇ ਤੱਕ। ਇਹ ਤੇ ਹੋਰ ਲਾਲਚ ਵਧਾ ਰਹੇ ਅਸੀਂ। ਲਾਲਚ ਦਾ ਪੁਤਲਾ ਤਾਂ ਪਹਿਲਾਂ ਹੀ ਹੈ ਮਨੁੱਖ। ਇਹਨੇ ਉਹ ਖੂਹ ਪੱਟਿਆ ਹੋਇਆ ਅੰਦਰ ਜਿਹੜਾ ਕਦੇ ਭਰਨ ਤੇ ਨਹੀਂ ਆਉਂਦਾ। ਸੈਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਰੋਜ਼ ਭਟਕ ਰਹੇ। ਇੱਥੇ ਵੀ ਆ ਕੇ ਜਦੋਂ ਅਸੀਂ ਇਹੋ ਜਿਹੇ ਲਾਲਚ ਦਿੰਦੇ ਹਾਂ, ਜੋੜਦੇ ਹਾਂ ਲਾਲਚ ਕਰਕੇ, ਫਿਰ ਉਹ ਮਨੁੱਖ ਅੰਦਰੋਂ ਕਦੇ ਧਰਮ ਹੀ ਨਹੀਂ ਹੋ ਪਾਉਂਦਾ, ਧਰਮ ਨਹੀਂ ਕਮਾਉਂਦਾ। ਹੁਣ ਤੁਸੀਂ ਖਿਆਲ ਕਰੋ, ਜਿਨ੍ਹਾਂ ਨੂੰ ਤੁਸੀਂ ਅਰਦਾਸ ਵਿੱਚ ਯਾਦ ਕਰਦੇ ਹੋ, ਚੇਤੇ ਕਰਦੇ ਹੋ, ਇਸ ਰੂਪ ਵਿੱਚ ਜੁੜੇ ਹੋਏ ਸਨ। ਉਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਫਿਰ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਉਹਨਾਂ ਮਾਵਾਂ ਨੂੰ ਚੇਤੇ ਕਰਦੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ, ਛੋਟੇ ਬੱਚਿਆਂ ਦੇ ਹਾਰ ਗਲਾਂ ਵਿੱਚ ਪਵਾ ਕੇ, ਸਵਾ ਮਣ ਚੱਕੀ ਆਟਾ ਪੀਸ ਕੇ, ਚੱਕੀ ਚਲਾ ਕੇ, ਤੇ ਫਿਰ ਅਰਦਾਸ ਕੀਤੀ ਹੋਵੇ ਸ਼ਾਮ ਨੂੰ, ਮੇਰੇ ਮਾਲਕਾ ਦਿਨ 4 ਪਹਿਰ ਤੇਰੇ ਭਾਣੇ ਵਿੱਚ ਸੁੱਖਾਂ ਭਰਿਆ ਬਤੀਤ ਹੋਇਆ, ਰਹਿਣ ਤੇਰੇ ਭਾਣੇ ਵਿੱਚ ਬਤੀਤ, ਇਹ ਵੀ ਤੇਰੇ ਭਾਣੇ ਵਿੱਚ ਬਤੀਤ ਹੋਵੇ। ਉਹ ਕਿਹੜੇ ਸਨ? ਉਹ ਗੁਰਸਿੱਖ ਸਨ ਜਿਨ੍ਹਾਂ ਦਾ ਜੀਵਨ ਸਿਦਕ ਨਾਲ, ਸਬਰ ਨਾਲ ਭਰਿਆ ਹੋਇਆ, ਤੇ ਜਿਨ੍ਹਾਂ ਦੀ ਇੱਕੋ ਅਰਦਾਸ ਹੈ, ਇੱਕੋ ਬੇਨਤੀ ਹੈ, ਇਤਨਾ ਦਿਆ ਮੁਝੇ ਸਰਕਾਰ ਨੇ ਜਿਤਨੀ ਮੇਰੀ ਔਕਾਤ ਨਾ ਥੀ।
ये तो उनका रहमे कर्म, मुझ में तो कोई ऐसी बात ना थी। वो अंदरों रजे हुए है। इस करके गुरु कहते इत्थे कली इच्छा लैके ख्वाहिश लैके ना, इत्थे गुरु चरना विच आके झुक, तैनूं संतोख दी दात मिल जे, भटकदा होया तेरा मन टिक जे, पदार्थां दे पिछे दौड़न वाली भटकना मुक जे, जो कुछ तेरे कोल है उन्होंने हंडा सके जिंदगी विच ते सुख मान सके। तुसीं देखो ना, अज तक धर्म की दुनिया में जिन्नी भी पूजा हो रही सी देवी देवतियां दी, ਉਹਦੇ दो प्रमुख कारण सन। तुसीं किते भी निगाह मार के वेख लिओ, एक लालच ते दूजा डर। आ हुण दिवाली आउणी अगे ते की प्रचारिया जा रहा भी दिवाली वाले दिन दरवाजे खोल के सौ रात नूं, क्योंकि लक्ष्मी ने प्रवेश कर जाना घर में। लालच है ना भी जिन्हां दे दरवाजे खुले रहणगे उन्हां दे घर माया आएगी, लक्ष्मी आएगी। जिन्हां ने बंद कर ले शायद माया ना आए, लक्ष्मी ना आए। ते कुल निगाह मार के तुसीं देखो चुगर दे जिन्ने भी देवी देवतियां दी पूजा की गई, दो कारणा करके की गई। किसी तो डर के उन्होंने पूजा जा रहा है, शिव जी की पूजा करते लोग डर करके पूजते हैं, पूजा करते हैं। किन्नियां पूजावां ने जिहड़ियां डर करके हुंदियां, शनि देवते नूं पूजदे हैं, डर करके पूजदे हैं। ते सरस्वती नूं पूजिया लालच करके विद्या चाहिदी है, गणेश नूं पूजिया लालच करके कारजां दी सफलता चाहिदी है, लक्ष्मी नूं पूजिया लालच करके माया दी लोड़ है, जरूरत है। दो कारणा करके धार्मिक दुनिया विच धार्मिक पुजारी ने इन्हां पूजावां वाले संसार नूं ला दिता। गुरु नानक कहते सजना सब तो पहला मैं तैनूं ये समझाउणा चाहुंदा, तू रब नूं जां मैनूं ना तां लालच करके पूजी ते ना डर करके। ना मैं तैनूं कोई डर दिंदा ना मैं लालच दिंदा, मैं इक्को ही राह दसना चाहुंदा, तू मेरे कोल जदों भी आए प्रेम करके आए, प्रीत करके आए। हुण तुसीं दोवें गल्लां विच अंतर देखो। कोई बंदा किसी नाल लालच करके जुड़े ते डर करके जुड़े, वो अंदरों जुड़ सकदा कदे। ते तीजा वो है जिहड़ा प्रेम करके जुड़दा है, प्रीत करके जुड़दा है, किसी दा सत्कार करके जुड़दा है। तिन्नां विच किन्ना क फर्क है। लालच वाले ने भी टुट जाना, डर वाले नूं आज़ादी मिलेगी उन्हें भी दूर हो जाना, पर प्रेम वाले ने कदे दूर नहीं होना। प्रेम करके जुड़े सन भलिओ, जिन्हां दा इतिहास तुसीं पढ़दे 40-40 सवा लख नाल 10-10 लख नाल जूझदे रहे, वो प्रेम वाले ही तां सन, प्रीत वाले ही तां सन। वो डर करके जुड़े होंदे तां दौड़ जांदे, लालच करके जुड़े होंदे ने दुख विच नहीं नाल खड़दे, क्योंकि गुरु दा उन्हां दे अंदर एक ऐसा अंदर दा एक भाव पैदा हो गया गुरु वालों के, जो दसम पिता महाराज ने बाणी विच समझाया, साच कहो सुन लेहो सबै जिन प्रेम कियो तिन्ही प्रभ पायो। प्रीत दी गल, प्यार दी गल, प्रेम दी गल सतगुरु ने बार बार गुरबाणी दे खजाने विच मनुखता दी झोली पाई कि प्रीत एक ऐसा जरिया है जिथे स्वार्थ भी खत्म हो जाता है, जिथे डर भी खत्म हो जाता है, उत्थे डर पैदा होंदा एक, उन्होंने क्या गुरबाणी ने निर्मल भाओ। हुण तुसीं देखो बहुते लोग जिहड़े आ किवें जुड़दे ने और जोड़िया भी किवें जांदा। किसी ने 40 दिन सुख ले, गिणतियां कर लईआं, मैं 40 दिन ये पाठ करना लगातार, मैं 40 दिन ये सेवा करनी लगातार, पर बशर्त के जे मेरी ये कामना पूरी होवे। इहनूं गुरबाणी ने कहा लेखा जोखा करना, शर्तां रखणियां। सतगुरु ने गुरबाणी विच ऐसी भावना नूं बिल्कुल नहीं प्रवान किया। और मैं कई बार बेनती करदा, इस भावना नाल जुड़े हुए कदे अंदरों नहीं जुड़िया करदे। जिन्हें पहले ही ये सोच के कार शुरू किया ना, मैं 40 दिन आवांगा गुरुद्वारा साहब जे मेरी इच्छा पूरी होएगी, वो लोग तुसीं देखो अक्सर ही टुटदे ने। जे तां 40 दिन आउण तो बाद उन्हां दी अरदास पूरी हो जाए तां उन्हां 41वें दिन नहीं आउणा, क्योंकि जिस काम लई आए सन वो पूरा हो गया, इच्छा पूरी हो गई, हुण की लैणा। ते जे ना पूरी होई तो सवाल ही नहीं खड़ा होंदा, वो दोबारा किते तुहानूं धार्मिक स्थान ते मिल जाण। दोवें पासिਓਂ टुट गए। इस करके सतगुरु गुरबाणी विच प्रेरणा करते हैं, लेखा कतै न छूटी है, खिन खिन भूलन हार, बख्शण हार बख्श लै नानक पार उतार। हे मेरे रब जी, तेरे घर ते असीं अरदास करदे, असीं गिणतियां मिणतियां करके नहीं छुट सकदे। साडे तां अवगुण इन्ने ने कि जेता समुंद सागर नीर भरिया, तेते अवगुण हमारे, दया करो किछ मेरू पावो डुबदे पत्थर तारे।
ਤਾਂ ਕਰਕੇ ਭਗਤਾਂ ਨੇ ਜਦੋਂ ਰੱਬ ਅੱਗੇ ਅਰਦਾਸਾਂ ਕੀਤੀਆਂ ਨਾ, ਜੋਦੜੀਆਂ ਬੇਨਤੀਆਂ ਕੀਤੀਆਂ, ਆਪਣੇ ਆਪ ਨੂੰ ਸਭ ਤੋਂ ਪਹਿਲਾਂ ਬਹੁਤ ਨਿਮਾਣਾ ਬਣਾਇਆ, ਬਹੁਤ ਨਿਤਾਣਾ ਬਣਾਇਆ, ਤੇ ਰੱਬ ਜੀ ਦਾ ਸਥਾਨ ਬੜਾ ਉੱਚਾ ਕੀਤਾ। ਉਹਦੇ ਅੱਗੇ ਕੋਈ ਸ਼ਰਤ ਨਹੀਂ ਰੱਖੀ, ਉਹਦੇ ਅੱਗੇ ਜੋਦੜੀ ਕੀਤੀ ਆਪਣੀ, ਔਰ ਆਪਣਾ ਦੁੱਖ ਬਿਆਨ ਕੀਤਾ। ਮੈਂ ਬਹੁਤ ਵਾਰ ਬੇਨਤੀ ਕਰਦਾ, ਸਾਡਾ ਦੁੱਖ ਤੇ ਭਗਤਾਂ ਦਾ ਦੁੱਖ ਬੜਾ ਵੱਖਰਾ ਹੈ। ਸਾਡਾ ਜਿੰਨਾ ਵੀ ਦੁੱਖ ਹੈ ਸਰੀਰਕ ਤਲ ਤੇ ਖੜਾ ਹੈ ਸਿਰਫ, ਪਰ ਭਗਤ ਜਨ ਤਾਂ ਇਸ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਸਰੀਰ ਦੇ। ਇਹ ਤੇ ਇੱਕ ਆਮ ਜ਼ਿੰਦਗੀ ਦਾ ਚੱਲਿਆ ਆ ਰਿਹਾ ਸਿਸਟਮ ਹੈ, ਜਿਹਦੇ ਨਾਲ ਜ਼ਿੰਦਗੀ ਦੀ ਰੌਚਕਤਾ ਬਣੀ ਹੋਈ ਹੈ। ਰੋਜ਼ ਇੱਕ ਬਚਨ ਪੜ੍ਹਦੇ ਨਾ ਤੁਸੀਂ ਬਾਣੀ ਵਿੱਚ, ਗਰੀਬ ਨਿਵਾਜ ਪਾਤਸ਼ਾਹ ਦਾ, ਕਹਿੰਦੇ ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੈ ਕੀਤੀ ਰਾਤ। ਜਿੰਨਾ ਮਹਾਨ ਪ੍ਰਮਾਤਮਾ ਹੈ ਉਨੀ ਮਹਾਨ ਉਹਦੀ ਦਾਤ ਹੈ, ਜਿੰਨੇ ਦਿਨ ਬਣਾਇਆ ਤੇ ਰਾਤ ਬਣਾ ਦਿੱਤੀ। ਹੁਣ ਤੁਸੀਂ ਦੇਖੋ, ਦੋਵਾਂ ਵਿੱਚੋਂ ਇੱਕ ਚੀਜ਼ ਹੀ ਬਣਦੀ। ਜੇ ਦਿਨ ਹੀ ਹੁੰਦਾ ਸਾਡੇ ਕੀ ਹਾਲ ਹੋਣੇ ਸਨ, ਕੰਮ ਕਰਦੇ ਕਰਦੇ ਮਰ ਜਾਂਦੇ ਅਸੀਂ। ਪਰ ਜੇ ਇਕੱਲੀ ਰਾਤ ਹੀ ਬਣ ਜੇ, ਬੰਦਾ ਕਿੰਨਾ ਕੁ ਸੌਂ ਲਏਗਾ। ਉਹਨੇ ਨਹੀਂ ਸੋਹਣੀ ਕੁਦਰਤ ਬਣਾ ਕੇ ਦੇ ਦਿੱਤੀ ਕਿ ਦਿਨ ਰਾਤੀ ਜਿੰਨ ਬਣਾਈ ਆ। ਦਿਨ ਰਾਤ ਆਪਸ ਵਿੱਚ ਵਿਰੋਧੀ ਨੇ ਇੱਕ ਦੂਜੇ ਦੇ, ਪਰ ਰੌਚਕ ਪੈਦਾ ਕਰ ਰਹੇ ਜ਼ਿੰਦਗੀ ਵਿੱਚ। ਦੁੱਖ ਸੁੱਖ ਆਪਸ ਵਿੱਚ ਵਿਰੋਧੀ ਨੇ ਇੱਕ ਦੂਜੇ ਦੇ, ਪਰ ਇਹਨਾਂ ਨਾਲ ਵੀ ਰੌਚਕਤਾ ਹੈ। ਕਿਸੇ ਘਰ ਵਿੱਚ ਹਮੇਸ਼ਾ ਹੀ ਬਾਜੇ ਵੱਜਦੇ ਰਹਿਣ, ਖੁਸ਼ੀ ਦੇ ਢੋਲ ਵੱਜਦੇ ਰਹਿਣ, ਉਹ ਖੁਸ਼ੀ ਰਹਿ ਜਾਏਗੀ ਕਿਤੇ ਜ਼ਿੰਦਗੀ 'ਚ? ਔਰ ਕਿਸੇ ਘਰ ਵਿੱਚ ਰੋਜ਼ ਹੀ ਵੈਣ ਹੀ ਪੈਂਦੇ ਰਹਿਣ, ਉਹਦਾ ਕੀ ਹਾਲ ਹੋਏਗਾ? ਪਰ ਕਿਤੇ ਦੁੱਖ ਆਉਂਦਾ ਹੈ ਤਾਂ ਖੁਸ਼ੀ ਦਾ ਇੰਤਜ਼ਾਰ ਕਰਦਾ ਮਨੁੱਖ। ਗੁਰਮੁਖ ਦਾ ਜੀਵਨ ਬਸ ਇਹਨਾਂ ਦੋਵੇਂ ਗੱਲਾਂ ਨੂੰ ਸਮਝ ਲੈਂਦਾ ਕਿ ਸਰੀਰਕ ਦੁੱਖ ਕੋਈ ਦੁੱਖ ਨਹੀਂ ਹੈ, ਸਰੀਰਕ ਸੁੱਖ ਵੀ ਕੋਈ ਸੁੱਖ ਨਹੀਂ ਹੈ, ਨਾ ਹੀ ਦੋਵੇਂ ਚੀਜ਼ਾਂ ਸਦਾ ਜ਼ਿੰਦਗੀ ਵਿੱਚ ਰਹਿ ਸਕਦੀਆਂ ਹਨ, ਔਰ ਨਾ ਅੱਜ ਤੱਕ ਕੋਈ ਇਹਨਾਂ ਨੂੰ ਰੋਕ ਸਕੇ। ਗੁਰਬਾਣੀ ਵਿੱਚ ਇਵੇਂ ਡਿਫਾਈਨ ਕੀਤਾ, ਸਾਹਿਬ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਦੁੱਖ ਸੁੱਖ ਤੇ ਦੋ ਕੱਪੜਿਆਂ ਦੀ ਨਿਆਈ ਹਨ। ਜਿਵੇਂ ਰੋਜ਼ ਅਸੀਂ ਚੇਂਜ ਕਰਦੇ ਹਾਂ, ਬਦਲਦੇ ਹਾਂ, ਨਵਾਂ ਵਸਤਰ ਪਾਉਂਦੇ ਹਾਂ, ਧੋ ਕੇ ਪਾਉਂਦੇ ਹਾਂ, ਉਵੇਂ ਦੁੱਖ ਤੇ ਸੁੱਖ ਸਾਡੀ ਜ਼ਿੰਦਗੀ ਦਾ ਇੱਕ ਅੰਗ ਨੇ। ਪਰ ਜਿਸ ਦੁੱਖ ਦੀ ਗੱਲ ਭਗਤਾਂ ਨੇ ਕੀਤੀ, ਉਹ ਵਿਕਾਰਾਂ ਦਾ ਦੁੱਖ ਹੈ, ਜਿਹਦੇ ਵੱਲ ਆਮ ਮਨੁੱਖ ਦਾ ਕੋਈ ਖਿਆਲ ਨਹੀਂ। ਸਗੋਂ ਉਸ ਦੁੱਖ ਨੂੰ ਸਦਾ ਹੀ ਮਨੁੱਖ ਵਧਾਉਣ ਦੇ ਯਤਨ ਕਰਦਾ ਹੈ। ਤੁਸੀਂ ਦੇਖੋ ਨਾ, ਕਿਸੇ ਵੀ ਰੋਗ ਦਾ ਪਤਾ ਲੱਗ ਜੇ ਤੇ ਬੰਦਾ ਉਪਰਾਲਾ ਕਰਦਾ ਠੀਕ ਕਰਾਉਣ ਲਈ, ਡਾਕਟਰ ਕੋਲ ਜਾਂਦਾ। ਕਿੰਨੀਆਂ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਦਾ ਅੰਤ ਤੱਕ ਪਤਾ ਨਹੀਂ ਲੱਗਦਾ, ਰੋਗ ਵੱਧਦਾ ਚਲਾ ਜਾਂਦਾ, ਮੌਤ ਦੇ ਕਿਨਾਰੇ ਲੈ ਜਾਂਦਾ। ਗੁਰੂ ਕਹਿੰਦੇ ਜਿਹੜਾ ਅਸਲੀ ਦੁੱਖ ਰੋਗ ਹੈ ਨਾ, ਉਹਦਾ ਮਨੁੱਖ ਨੂੰ ਬੋਧ ਹੀ ਨਹੀਂ। ਭਗਤਾਂ ਨੂੰ ਬੋਧ ਹੋਇਆ। ਇਸ ਕਰਕੇ ਜਿੰਨੇ ਗੁਰਬਾਣੀ ਦੇ ਵਿਚਾਰਵਾਨ ਨੇ ਨਾ, ਤੁਸੀਂ ਕਦੇ ਵੀ ਗੁਰਬਾਣੀ ਦੇ ਅਰਥ ਪੜ੍ਹ ਕੇ ਵੇਖਿਓ। ਅਸੀਂ ਜੋ ਅਰਦਾਸਾਂ ਕਰਦੇ ਹਾਂ ਗੁਰੂ ਚਰਨਾਂ ਵਿੱਚ ਆ ਕੇ, ਤੇ ਜੋ ਗੁਰੂ ਸਾਹਿਬ ਨੇ ਜਾਂ ਭਗਤਾਂ ਨੇ ਅਰਦਾਸਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਵਿੱਚ ਕਿੰਨਾ ਫਰਕ ਨਜ਼ਰ ਆਉਣਾ, ਕਿੰਨਾ ਫਰਕ ਨਜ਼ਰ ਆਏਗਾ। ਸਾਡੀ ਅਰਦਾਸ ਸਾਡੇ ਤੱਕ ਸੀਮਿਤ ਹੈ, ਪਰਿਵਾਰ ਤੱਕ ਸੀਮਿਤ ਹੈ, ਆਪਣੇ ਤੱਕ ਸੀਮਿਤ ਹੈ, ਤੇ ਕੁਝ ਦੁਨਿਆਵੀ ਸਹੂਲਤਾਂ ਤੱਕ ਸੀਮਿਤ ਹੈ। ਪਰ ਗੁਰੂ ਅਮਰਦਾਸ ਕੀ ਅਰਦਾਸ ਕਰਦੇ, ਰੱਬਾ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਹਾਰ, ਜਿਤ ਦੁਆਰ ਹੈ ਉਬਰੈ ਤਿਤੈ ਲਿਹੋ ਬਾਰ। ਹੁਣ ਤੁਸੀਂ ਦੇਖੋ ਸਾਡੀ ਅਰਦਾਸ ਤੇ ਉਹਦੇ ਵਿੱਚ ਕੋਈ ਮੈਚ ਕਰ ਰਿਹਾ ਕੰਮ? ਉਹ ਕਿਤੇ ਵੀ ਆਪਣੇ ਪਰਿਵਾਰ ਦੀ ਆਪਣੀ ਗੱਲ ਹੀ ਨਹੀਂ ਕਰਦੇ, ਉਹ ਸਾਰੇ ਸੰਸਾਰ ਨੂੰ ਜਲਣ ਤੋਂ ਬਚਾ ਲੈ ਰੱਬਾ, ਇਹ ਪੁਕਾਰ ਕਰਦੇ ਆ। ਸੜ ਰਿਹਾ ਸੰਸਾਰ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਤੁਰੇ ਹੀ ਤਾਂ ਜਦੋਂ ਦੇਖਿਆ ਨਾ, ਬਾਬਾ ਦੇਖਿਆ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸਾਈ। ਸਾਰਾ ਸੰਸਾਰ ਹੀ ਸੜਦਾ ਨਜ਼ਰ ਆਇਆ। ਤੇ ਸੜ ਕਿਵੇਂ ਰਿਹਾ ਸੀ? ਵਿਕਾਰਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਲੋਭ ਦੀ ਅੱਗ ਵਿੱਚ। ਇਹ ਵਿਕਾਰ ਕਿੰਨੇ ਮਨੁੱਖੀ ਜੀਵਨ ਨੂੰ ਦੁੱਖ ਦੇ ਰਹੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਨੂੰ ਕਿਹਾ ਗੁਰਦੇਵ ਨੇ ਬਾਣੀ ਵਿੱਚ, ਔਰ ਇਹ ਮੇਨ ਦੋਖੀ ਨੇ ਮਨੁੱਖੀ ਜੀਵਨ ਦੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਵਚਨ ਬਖਸ਼ਿਸ਼ ਕੀਤਾ, ਹਰ ਆਪੇ ਪੰਜ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੇ। ਰੱਬ ਜੀ ਨੇ ਪੰਜ ਤੱਤਾਂ ਦਾ ਸਰੀਰ ਬਣਾ ਕੇ ਵਿੱਚ ਪੰਜ ਵਿਕਾਰ ਪਾ ਦਿੱਤੇ, ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਆ। ਇਹਨਾਂ ਦੀ ਜ਼ਰੂਰਤ ਸੀ, ਕਿਉਂਕਿ ਜੇ ਇਹ ਸਰੀਰ ਵਿੱਚ ਨਾ ਹੋਣ ਤੇ ਜ਼ਿੰਦਗੀ ਦਾ ਰਸ ਹੀ ਖਰਾਬ ਹੋ ਜੇ। ਕਾਮ ਪਾਇਆ ਰੱਬ ਨੇ, ਦੁਨੀਆ ਦੀ ਜਿੰਨੀ ਪੈਦਾਇਸ਼ ਹੈ ਕਾਮ ਵਿੱਚੋਂ ਹੋ ਰਹੀ ਹੈ। ਕ੍ਰੋਧ ਪਾ ਦਿੱਤਾ। ਹੁਣ ਤੁਸੀਂ ਦੇਖੋ, ਇੱਕ ਬੰਦਾ ਮੈਦਾਨੇ ਜੰਗ ਵਿੱਚ ਖੜਾ ਹੋਵੇ ਤੇ ਉਹਨੂੰ ਕਹੋ ਵੀ ਬਿਲਕੁਲ ਠੰਡਾ ਰਹਿ, ਕ੍ਰੋਧ ਨਾ ਕਰ, ਤੇ ਉਹ ਬੰਦਾ ਕਹੇਗਾ ਵੀ ਜੇ ਮੈਨੂੰ ਤਲਵਾਰ ਪਕੜਾਈ ਹੈ, ਕ੍ਰੋਧ ਨਾ ਕਰਾਂ ਤੇ ਮੈਂ ਕਿਵੇਂ ਜੂਝਾਂਗਾ, ਕਿਵੇਂ ਲੜਾਂਗਾ ਦੁਸ਼ਮਣ ਦੇ ਨਾਲ। ਹੁਣ ਬੰਦੇ ਅੰਦਰ ਮੋਹ ਨਾ ਹੋਵੇ। ਮੋਹ ਦਾ ਵਜ੍ਹਾ ਹੀ ਹੈ ਨਾ ਬੰਦਾ ਕੰਮ ਕਰਦਾ ਹੈ, ਕਿਉਂਕਿ ਇੱਕ ਮੋਹ ਹੈ, ਮੇਰੇ ਬੱਚਿਆਂ ਨੂੰ ਮੈਂ ਪੜ੍ਹਾਉਣਾ, ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀ ਹੈ, ਖਾਣ ਲਈ ਚਾਹੀਦਾ ਬੱਚਿਆਂ ਨੂੰ। ਮੋਹ ਦੇ ਵਜ੍ਹਾ ਅਸੀਂ ਇੱਕ ਦੂਜੇ ਦੇ ਟੱਚ ਵਿੱਚ ਹਾਂ, ਮੋਹ ਦੇ ਵਜ੍ਹਾ ਅਸੀਂ ਕੰਮ ਕਰ ਰਹੇ ਹਾਂ ਸੰਸਾਰ ਵਿੱਚ। ਮੋਹ ਹੀ ਖਤਮ ਹੋ ਜਾਏ ਤੇ ਬੰਦਾ ਕੀ ਰਹਿ ਜਾਏ? ਇੱਕ ਪੱਥਰ ਬਣ ਕੇ ਰਹਿ ਜਾਏ, ਸਿਰਫ ਪੱਥਰ ਦਾ ਟੁਕੜਾ ਬਣ ਕੇ ਰਹਿ ਜਾਏ।
ਪਰ ਰੋਗ ਕਦੋਂ ਬਣਦਾ ਹੈ? ਜਦੋਂ ਕੋਈ ਵੀ ਚੀਜ਼ ਸੀਮਾ ਤੋਂ ਉੱਪਰ ਹੋ ਜੇ। ਤੁਸੀਂ ਦੇਖੋ ਨਾ, ਸਾਡੀ ਬਾਡੀ ਦਾ ਟੈਂਪਰੇਚਰ ਹੈ, ਜੇ ਇਹ ਸੀਮਿਤ ਹੈ, ਇੱਕ ਦਾਇਰਾ ਹੈ, ਉੱਥੋਂ ਤੱਕ ਹੈ ਤੇ ਅਸੀਂ ਸਾਰੇ ਹੀ ਸੁਖੀ ਹਾਂ, ਚੰਗਾ ਜੀਵਨ ਜੀ ਰਹੇ। 100 ਤੋਂ ਉੱਪਰ ਟੱਪ ਜੇ ਬੁਖਾਰ ਹੋ ਜਾਏਗਾ, ਥੱਲੇ ਆ ਜੇ ਫੇਰ ਦੁੱਖ ਹੋਏਗਾ। ਸ਼ੂਗਰ ਦਾ ਇੱਕ ਲੈਵਲ ਹੈ ਨਾ ਬਾਡੀ ਵਿੱਚ, ਵੱਧ ਹੋ ਜੇ ਤਾਂ ਔਖੇ ਆ, ਘੱਟ ਹੋ ਜੇ ਤਾਂ ਔਖੇ ਆ। ਪਾਣੀ ਦਾ ਇੱਕ ਲੈਵਲ ਹੈ ਬਾਡੀ ਵਿੱਚ, ਬਰਾਬਰ ਰਹੇ ਤੇ ਅਸੀਂ ਸੁਖੀ ਹਾਂ, ਪਰ ਅਨਬੈਲੈਂਸ ਹੋ ਜੇ ਤੇ ਉਹ ਸਾਡੇ ਰੋਗ ਦਾ ਕਾਰਨ ਬਣਦਾ। ਬਹੁਤੀ ਵਾਰੀ ਕਿਹਾ ਜਾਂਦਾ ਵੀ 5 ਵਿਕਾਰ ਖਤਮ ਕੀਤੇ ਜਾਣ, ਮਾਰੇ ਜਾਣ। ਗੁਰੂ ਕਹਿੰਦੇ ਬਣਾਏ ਰੱਬ ਨੇ, ਤੂੰ ਕੌਣ ਪਾਣੀਹਾਰ ਹੁੰਦਾ ਇਹਨਾਂ ਨੂੰ ਮਾਰਨ ਵਾਲਾ। ਇਹ ਰੋਗ ਤਾਂ ਉਦੋਂ ਬਣਦੇ ਆ ਜਦੋਂ ਅਨਬੈਲੈਂਸ ਹੁੰਦੇ ਬਾਡੀ ਵਿੱਚ, ਮਨ ਵਿੱਚ। ਜਦੋਂ ਮਨੁੱਖ ਚਾਹੁੰਦਾ, ਇੱਕ ਉਦਾਹਰਨ ਲੈਂਦੇ ਆਪਾਂ, ਮਨੁੱਖ ਚਾਹੁੰਦਾ ਮੈਂ ਆਪਣਾ ਘਰ ਬਣਾਉਣਾ ਚਾਹੁੰਦਾ, ਮੋਹ ਹੈ ਅੰਦਰ, ਮੈਂ ਆਪਣਾ ਘਰ ਬਣਾਉਣਾ ਚਾਹੁੰਦਾ। ਬੜੀ ਚੰਗੀ ਗੱਲ ਹੈ, ਹੋਣਾ ਵੀ ਚਾਹੀਦਾ, ਬਣਾ ਤੂੰ ਬੜੀ ਮਿਹਨਤ ਨਾਲ। ਪਰ ਤੇਰਾ ਮੋਹ ਵਿਕਾਰ ਕਦੋਂ ਬਣ ਗਿਆ? ਜਦੋਂ ਦੂਜੇ ਦਾ ਢਾਹ ਕੇ ਬਣਾਉਣਾ ਚਾਹੁੰਦਾ, ਫੇਰ ਵਿਕਾਰ ਬਣ ਗਿਆ। ਆਪਣਾ ਬਣਾ ਰਿਹਾ, ਬੜੀ ਚੰਗੀ ਗੱਲ ਹੈ, ਇਹ ਰੋਗ ਨਹੀਂ ਹੈ। ਪਰ ਦੂਜੇ ਦਾ ਢਾਹ ਕੇ ਆਪਣਾ ਬਣਾਉਣਾ, ਆਪਣੇ ਬੱਚੇ ਦੀ ਤਰੱਕੀ ਲਈ ਯਤਨ ਕਰਨੇ, ਅਰਦਾਸਾਂ ਕਰਨੀਆਂ, ਮੋਹ ਹੈ ਬੰਦੇ ਅੰਦਰ, ਬੜੀ ਚੰਗੀ ਗੱਲ ਹੈ। ਪਰ ਦੂਜੇ ਦਾ ਫੇਲ ਕਰਵਾ ਕੇ, ਰਿਸ਼ਵਤ ਦੇ ਕੇ, ਹੋਰ ਯਤਨ ਕਰਕੇ ਦੂਜੇ ਦੇ ਹੱਕ ਨੂੰ ਆਪਣਾ ਹੱਕ ਬਣਾ ਲੈਣਾ, ਇਹ ਰੋਗ ਬਣ ਗਿਆ। ਉਦੋਂ ਮੋਹ ਹੈ ਤੇ ਚੰਗਾ, ਪਰ ਰੋਗ ਬਣ ਗਿਆ ਤੇ ਦੁੱਖ ਦਾ ਕਾਰਨ ਹੈ, ਉਹ ਤਬਾਹੀ ਪੈਦਾ ਕਰੇਗਾ। ਹਰ ਵਿਕਾਰ ਨੂੰ ਇਸੇ ਰੂਪ ਵਿੱਚ ਹੀ ਲੈਣਾ ਹੈ ਕਿ ਕਾਮ ਜੇ ਇੱਕ ਸੀਮਾ ਵਿੱਚ ਹੈ ਤੇ ਸੁੱਖ ਹੈ, ਆਨੰਦ ਦੇ ਰਿਹਾ, ਪਰ ਸੀਮਾ ਤੋਂ ਬਾਹਰ ਹੋਇਆ ਤੇ ਰੋਗ ਬਣ ਗਿਆ, ਦੁੱਖ ਬਣ ਗਿਆ, ਮਨ ਦਾ ਰੋਗ ਬਣ ਗਿਆ। ਇਸ ਕਰਕੇ ਗੁਰੂ ਕਹਿੰਦੇ ਗੁਰੂ ਗਿਆਨ ਦੇ ਰਾਹੀਂ ਹੀ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ, ਮਰਿਆਦਾ ਵਿੱਚ ਰੱਖਿਆ ਜਾ ਸਕਦਾ, ਜਿਵੇਂ ਸਾਡੇ ਗੁਰੂ ਸਾਹਿਬ ਨੇ ਰੱਖਿਆ। ਪਰਿਵਾਰ ਵੀ ਹੈ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਨੇ, ਪਰ ਗੁਰੂ ਨੇ ਇੱਕੋ ਕਤਾਰ ਬਣਾ ਦਿੱਤੀ ਸਾਰਿਆਂ ਦੀ ਕਿ ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ, ਸਾਰਿਆਂ ਨਾਲ ਪਿਆਰ ਗੁਰੂ ਦਾ ਇੱਕੋ ਜਿਹਾ ਹੀ ਹੈ। ਭਗਤ ਕਬੀਰ ਸਾਹਿਬ ਇਸ ਸ਼ਬਦ ਵਿੱਚ ਇਹੋ ਵਿਆਖਿਆ ਕਰਦੇ ਨੇ ਕਿ ਮਾਧੋ ਦਾਰੁਨ ਦੁੱਖ ਸਹਿਓ ਨਾ ਜਾਏ। ਦਾਰੁਨ ਦਾ ਅਰਥ ਹੈ ਬੜਾ ਖਤਰਨਾਕ ਦੁੱਖ ਅੰਦਰ ਪੈਦਾ ਹੋ ਗਿਆ, ਜਿਹੜਾ ਸਹਿਆ ਨਹੀਂ ਜਾਂਦਾ। ਉਹ ਕਿੱਥੋਂ ਪੈਦਾ ਹੋਇਆ? ਵਿਕਾਰ ਵਿੱਚੋਂ, ਰੋਗ। ਮੇਰੋ ਚਪਲ ਬੁੱਧ ਸਿਓ ਕਹਾ ਵਸਾਏ। ਬੜੀ ਚੰਚਲ ਬੁੱਧ ਹੈ, ਮਨ ਬੜਾ ਚੰਚਲ ਹੈ, ਤੇ ਇਹਦੇ ਲਈ ਮੇਰੀ ਕੋਈ ਪੇਸ ਨਹੀਂ ਜਾਂਦੀ ਕਿ ਮੈਨੂੰ ਆਪਣੀ ਤਾਕਤ ਨਾਲ ਕਾਬੂ ਕਰ ਸਕਾਂ। ਇਸ ਚੰਚਲ ਬੁੱਧ ਵਿੱਚ ਕਿਹੜੇ ਰੋਗ ਵਸੇ ਹੋਏ ਨੇ? ਸਤਿਗੁਰੂ ਭਗਤ ਕਬੀਰ ਸਾਹਿਬ ਇੱਥੇ ਕਹਿੰਦੇ ਇਸ ਮਨ ਤਨ ਮਦੇ ਮਦਨ ਚੋਰ। ਇਸ ਮਨ ਤਨ ਵਿੱਚ ਇੱਕ ਬਹੁਤ ਤਾਕਤਵਰ ਚੋਰ ਵਸ ਗਿਆ, ਜਿਹਨੂੰ ਕਿਹਾ ਮਦਨ। ਮਦਨ ਦਾ ਅਰਥ ਹੈ ਕਾਮਦੇਵ, ਵਿਕਾਰ, ਕਾਮ ਦੀ ਵਾਸਨਾ। ਤੇ ਹੋਇਆ ਕਿ ਜਿਨ ਗਿਆਨ ਰਤਨ ਹਿਰ ਲੀਨ ਮੋਰ, ਜਿਨੇ ਮੇਰੇ ਹਿਰਦੇ ਵਿੱਚੋਂ ਗਿਆਨ ਰਤਨ ਨੂੰ ਖੋ ਲਿਆ, ਹਿਰ ਲਿਆ। ਤੁਸੀਂ ਦੇਖੋ, ਕੋਈ ਵੀ ਵਿਕਾਰ ਮਨੁੱਖ ਦੇ ਮਨ ਉੱਤੇ ਹਾਵੀ ਹੋਵੇ, ਉਦੋਂ ਜ਼ਿੰਦਗੀ ਦਾ ਗਿਆਨ ਕੰਮ ਆਉਂਦਾ ਹੈ। ਬਹੁਤ ਵੱਡਾ ਪ੍ਰੋਫੈਸਰ ਹੈ ਕੋਈ ਬੰਦਾ, ਬੜਾ ਗਿਆਨ ਹੈ, ਰੋਜ਼ ਲੈਕਚਰ ਦਿੰਦਾ ਲੋਕਾਂ ਨੂੰ, ਪਰ ਅੱਜ ਗੁੱਸਾ ਆਇਆ ਤੇ ਪਤਾ ਹੀ ਨਹੀਂ ਲੱਗ ਰਿਹਾ ਉਹਨੂੰ ਮੈਂ ਕੀ ਬੋਲ ਰਿਹਾ। ਆਪਾਂ ਆਮ ਦੇਖਦੇ ਹਾਂ ਮੱਥੇ ਤੇ ਤਿਉੜੀ ਪਈ ਹੋਈ, ਅੱਖਾਂ ਲਾਲ, ਤੇ ਆਪ ਨੂੰ ਨਹੀਂ ਪਤਾ। ਇਹਦਾ ਮਤਲਬ ਗਿਆਨ ਤੇ ਉਹਦੇ ਕੋਲ ਹੈ, ਪਰ ਗਿਆਨ ਗਿਆ ਕਿੱਥੇ ਉਸ ਵੇਲੇ? ਕ੍ਰੋਧ ਨੇ ਖੋ ਲਿਆ, ਪਾਸੇ ਕਰ ਦਿੱਤਾ, ਜੋ ਹੱਥ ਵਿੱਚ ਆ ਰਿਹਾ ਚੁੱਕ ਕੇ ਮਾਰ ਦਿੱਤਾ। ਜਿਨ ਗਿਆਨ ਰਤਨ ਹਿਰ ਲੀਨ ਮੋਰ, ਗਿਆਨ ਪਰੇ ਹੋ ਗਿਆ। ਤੇ ਗੁਰੂ ਨੇ ਏਡੀ ਪਿਆਰੀ ਸਲਾਹ ਦਿੱਤੀ ਸਾਨੂੰ, ਕਹਿੰਦੇ ਜਿਹੜੇ ਇਹਨਾਂ ਵਿਕਾਰਾਂ ਦੇ ਅੜਿੱਕੇ ਚੜ ਗਏ, ਉਹਨਾਂ ਤੋਂ ਦੂਰ ਰਹਿਣਾ ਹੀ ਚੰਗਾ ਹੈ। ਤੇ ਨਾ ਪਾਸ ਦੁਆਸ ਨਾ ਭੇਟੀ ਹੈ, ਜਿਨ੍ਹਾਂ ਅੰਦਰ ਕ੍ਰੋਧ ਚੰਡਾਲ। ਆਪਾਂ ਗਏ ਨਾ ਕਿਸੇ ਬੰਦੇ ਨੂੰ ਮਿਲਣ ਲਈ, ਅੱਗੇ ਹੁਣ ਗੁੱਸਾ ਕਰਕੇ ਬੈਠਾ, ਕ੍ਰੋਧ ਵਿੱਚ ਹੈ, ਤੇ ਗੁਰੂ ਕਹਿੰਦੇ ਚੰਗਾ ਇਹਦੇ ਵਿੱਚ ਹੀ ਉਹਦੇ ਨਾਲ ਮੱਥਾ ਲਾਉਣ ਦੀ ਜਗ੍ਹਾ ਕੁਝ ਸਮੇਂ ਵਾਸਤੇ ਕਿਨਾਰੇ ਹੋ ਜਾਓ, ਜੇ ਆਪਣਾ ਬਚਾਅ ਚਾਹੁੰਦੇ ਹੋ। ਜਾਂ ਤਾਂ ਆਪਣਾ ਨੁਕਸਾਨ ਕਰੇਗਾ ਜਾਂ ਤੁਹਾਡਾ ਕਰੇਗਾ। ਐਸੀ ਐਡਵਾਈਸ ਕੋਈ ਦੇ ਸਕਦਾ ਦੁਨੀਆ ਵਿੱਚ ਜਿਹੜੀ ਗੁਰੂ ਸਾਨੂੰ ਦੇ ਰਿਹਾ, ਸਲਾਹ ਦੇ ਰਿਹਾ ਜ਼ਿੰਦਗੀ ਜੀਣ ਵਾਸਤੇ। ਮੈਂ ਬਹੁਤ ਵਾਰ ਬੇਨਤੀ ਕਰਦਾ, ਇਸ ਰੂਪ ਵਿੱਚ ਬਾਣੀ ਨੂੰ ਪੜ੍ਹੋ ਕਿ ਹਰ ਪਲ ਜ਼ਿੰਦਗੀ ਦੀ ਅਗਵਾਈ ਲੈ ਸਕੇ। ਸਾਨੂੰ ਤੇ ਹੋਰ ਪਾਸੇ ਲਾ ਦਿੱਤਾ, ਗਿਣਤੀਆਂ ਮਿਣਤੀਆਂ ਵਿੱਚ ਫਸਾ ਦਿੱਤਾ। ਪਰ ਇੱਕ ਓੰਕਾਰ ਪੜ੍ਹਦੇ ਆ, ਜਿਨੀ ਨਾਮ ਤੇ ਆਇਆ ਤੇ ਸੁਰਤ ਉਸ ਵੇਲੇ ਪਹੁੰਚ ਜਾਂਦੀ ਵੀ ਕਦੋਂ ਭੋਗ ਪਾਈਏ ਤੇ ਮਨ ਨੂੰ ਸੰਤੁਸ਼ਟੀ ਲੈ ਲਈ, ਅੱਜ ਜਪਜੀ ਸਾਹਿਬ ਪੂਰਾ ਹੋ ਗਿਆ, ਨਿਤਨੇਮ ਪੂਰਾ ਹੋ ਗਿਆ। ਗੁਰੂ ਤੁਹਾਨੂੰ ਪੁਕਾਰ ਕੇ ਕਰੇ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਹੀਂ। ਹਰ ਕਾ ਬਿਲੋਵ ਨਾ ਮਨ ਕਾ ਵਿਚਾਰਾ। ਇਹ ਦੋ ਗੱਲਾਂ ਰਹਿਣ ਸਾਹਮਣੇ। ਸਾਡੇ ਕੋਲ ਕੀ ਪਿਆ ਹੋਇਆ, ਗੁਰਬਾਣੀ ਕੀ ਦੇਣਾ ਚਾਹ ਰਹੀ ਹੈ ਸਾਨੂੰ, ਬਸ ਉਹਦੀ ਨਹੀਂ ਖੇਡ ਬਣ ਜਾਏਗੀ ਜ਼ਿੰਦਗੀ ਦੀ। ਕਬੀਰ ਸਾਹਿਬ ਉਹ ਦੁੱਖ ਆਪਣਾ ਬਿਆਨ ਕਰ ਰਹੇ, ਮੇਰੇ ਮਾਲਕ ਜੀ ਮੇਰੀ ਬੁੱਧ ਉੱਤੇ ਕਾਮ ਨੇ ਆਪਣਾ ਕਬਜ਼ਾ ਕਰ ਲਿਆ, ਤੇ ਜਿਨ ਗਿਆਨ ਰਤਨ ਹਿਰ ਲੀਨ ਮੋਰ, ਮੇਰਾ ਸਾਰਾ ਗਿਆਨ ਇਹਨੇ ਖੋਲਿਆ, ਮੈਨੂੰ ਕੁਝ ਸਮਝ ਨਹੀਂ ਆਉਂਦੀ।
ਆਈ ਗੱਲ ਆਖੀ ਨਾ ਗੁਰੂ ਅਰਜਨ ਸਾਹਿਬ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਮਾਮਣ ਚਿੱਤ ਹਰਣੰ, ਜਿਹਦੇ ਉੱਤੇ ਤੂੰ ਕਾਬੂ ਕਰਦਾ ਉਹਦਾ ਚਿੱਤ ਹੀ ਖੋ ਲੈਂਦਾ। ਉਹਨੂੰ ਕੋਈ ਰਸਤਾ ਦਿਖਾਈ ਦੇ ਰਿਹਾ? ਹੁਣ ਕਿਸੇ ਰਸਤੇ ਦੀ ਕੋਈ ਵੈਲਿਊ ਨਹੀਂ। ਦੁਨੀਆ ਵਿੱਚ ਦੇਖਦੇ ਹਾਂ ਅਸੀਂ ਵਾਸਨਾ ਅਧੀਨ ਲੋਕਾਂ ਨੇ ਕੈਸੇ ਦੁਸ਼ਟ ਕਰਮ ਕਰ ਦਿੱਤੇ, ਜਿਨ੍ਹਾਂ ਨੂੰ ਦੇਖ ਕੇ ਸ਼ਰਮਿੰਦਗੀ ਛਾ ਗਈ ਸਾਰੇ ਸਮਾਜ ਵਿੱਚ, ਸਾਰੇ ਮੁਲਕ ਵਿੱਚ। ਛੋਟੇ ਛੋਟੇ ਬੱਚਿਆਂ ਨਾਲ ਬਲਾਤਕਾਰ ਹੋ ਰਹੇ ਨੇ। ਕਾਰਨ ਕੀ ਹੈ? ਵਾਸਨਾ ਕਾਬੂ ਕਰਕੇ ਬੈਠੀ ਹੈ ਦਿਮਾਗ ਨੂੰ, ਮਨ ਨੂੰ, ਉਹਦੇ ਵਿੱਚੋਂ ਰੋਗ ਪੈਦਾ ਹੋ ਰਹੇ ਹੈ। ਤੇ ਗੁਰੂ ਨੇ ਜਿੱਥੇ ਗਿਆਨ ਦਿੱਤਾ, ਬਾਣੀ ਦੇ ਰਾਹੀਂ ਸਿੱਖਿਆ ਦਿੱਤੀ, ਦਾਸ ਨੇ ਕੱਲ ਬੇਨਤੀ ਕੀਤੀ ਸੀ ਸ਼ਬਦ ਦੀ ਵਿਆਖਿਆ ਕਰਦੇ ਆ, ਉੱਥੇ ਕਿਰਦਾਰ ਘੜ ਕੇ ਦਿੱਤਾ ਤੁਹਾਨੂੰ। ਗੁਰੂ ਨਾਨਕ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ। ਹਰੀ ਸਿੰਘ ਨਲੂਆ ਨੂੰ ਆ ਕੇ ਇਸਤਰੀ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ, ਤੇ ਸਿਰ ਤੇ ਚੁੰਨੀ ਪਾ ਕੇ ਕਹਿੰਦਾ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ। ਕਿੱਡਾ ਉੱਚਾ ਕਿਰਦਾਰ ਹੈ। ਜਦੋਂ ਕਾਜ਼ੀ ਨੂਰ ਮੁਹੰਮਦ ਵਰਗੇ ਆਏ ਨਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਚੜ ਕੇ, ਉਹਨਾਂ ਨੇ ਈਰਖਾ ਦੀ ਅੱਗ ਵਿੱਚ ਕੁੱਤੇ ਸ਼ਬਦ ਲਿਖਿਆ ਸਿੱਖਾਂ ਨੂੰ ਕਿ ਕੁੱਤੇ ਨੇ, ਮੈਂ ਕੁੱਤਿਆਂ ਦੀ ਦਾਸਤਾਨ ਲਿਖ ਰਿਹਾ। ਤੇ ਲਿਖਦਿਆਂ ਲਿਖਦਿਆਂ ਇੱਕ ਗੱਲ ਸੱਚਾਈ ਉਹ ਵੀ ਪ੍ਰਗਟ ਕਰ ਗਿਆ, ਕਹਿੰਦਾ ਕੁੱਤੇ ਜ਼ਰੂਰ ਨੇ ਪਰ ਇਹਨਾਂ ਦੀ ਵਡਿਆਈ ਇਹ ਹੈ ਜ਼ਨਾਹਮ ਨਾ ਵਾਸਦ ਮਿਆਨੇ ਸਗਾ, ਕਿ ਇਹਨਾਂ ਕੁੱਤਿਆਂ ਵਿੱਚੋਂ ਕੋਈ ਵਿਵਚਾਰੀ ਨਹੀਂ ਹੈ, ਕਿਰਦਾਰ ਤੋਂ ਡਿੱਗਿਆ ਹੋਇਆ ਨਹੀਂ ਹੈ, ਆਚਰਣ ਦੇ ਬੜੇ ਉੱਚੇ ਹੈ। ਲੋਕ ਇਹਨਾਂ ਉੱਤੇ ਮਾਣ ਕਰਕੇ ਕਹਿੰਦੇ ਬੂਏ ਖੋਲ ਦਿਓ ਨਿਸੰਗ ਆ ਗਏ ਨੇ ਨਿਹੰਗ, ਕਿ ਆਪਣੇ ਘਰ ਦੇ ਦਰਵਾਜ਼ੇ ਖੋਲ ਦਿਓ, ਹੁਣ ਸਾਡੀ ਇੱਜ਼ਤ ਨੂੰ ਕੋਈ ਦਾਗੀ ਨਹੀਂ ਕਰ ਸਕਦਾ। ਤੇ ਇੱਥੇ ਕਬੀਰ ਸਾਹਿਬ ਕਹਿੰਦੇ ਮੈਂ ਅਨਾਥ ਪ੍ਰਭ ਕਹੂੰ ਕਾਹੇ, ਕੋ ਨਾ ਬਿਗੂਤੋ ਮੋਕੋ ਆਹੇ। ਕਿਹਦੇ ਅੱਗੇ ਜਾ ਕੇ ਅਰਦਾਸ ਕਰਾਂ? ਸਾਰੇ ਇਹਦੇ ਹੱਥੋਂ ਠੱਗੇ ਗਏ ਨੇ। ਕਿਹੜੇ ਕਿਹੜੇ? ਸਨਕ ਸਨੰਦਨ ਸਿਵ ਸੁਕਾਦ ਨਾਭ ਕਮਲ ਜਾਣੇ ਬ੍ਰਹਮਾਦ। ਕੀ ਬ੍ਰਹਮਾ ਕੀ ਸਿਵ ਸਨਕ, ਸਨਕ ਸਨੰਦ ਬ੍ਰਹਮਾ ਜੀ ਦੇ ਪੁੱਤਰ ਸ਼ਿਵ ਜੀ ਬ੍ਰਹਮਾ। ਕਵ ਜਨ ਜੋਗੀ ਜਟਾ ਧਾਰ, ਕਵੀ ਜੋਗੀ ਜਟਾ ਧਾਰ। ਸਭ ਆਪਨ ਅਵਸਰ ਚਲੇ ਸਾਰ, ਸਾਰੇ ਆਪਣਾ ਸਮਾਂ ਟਪਾ ਗਏ, ਕੋਈ ਵੀ ਕਾਮ ਅੱਗੇ ਅੜ ਨਹੀਂ ਸਕਿਆ, ਇਹਨੂੰ ਜਿੱਤ ਨਹੀਂ ਸਕਿਆ। ਇਸ ਕਰਕੇ ਤੂੰ ਅਥਾਹ ਮੋਏ ਥਾ ਨਾਹੇ, ਹੇ ਵਾਹਿਗੁਰੂ ਤੂੰ ਅਥਾਹ ਹੈ, ਮੈਂ ਤੇਰੀ ਥਾਹ ਨਹੀਂ ਪਾ ਸਕਦਾ। ਪ੍ਰਭ ਦੀਨਾ ਨਾਥ ਦੁੱਖ ਕਹੂੰ ਕਾਹੇ, ਤੇਰੇ ਤੋਂ ਬਿਨਾਂ ਮੈਂ ਕਿਹਦੇ ਅੱਗੇ ਜਾ ਕੇ ਆਪਣਾ ਦੁੱਖ ਕਹਾਂ। ਮੇਰੋ ਜਨਮ ਮਰਨ ਦੁੱਖ ਆਤ ਧੀਰ, ਸੁਖ ਸਾਗਰ ਗੁਣ ਰਉ ਕਬੀਰ। ਤੂੰ ਕਿਰਪਾ ਕਰ ਮਾਇਆ ਵਿੱਚੋਂ ਪੈਦਾ ਹੋਏ ਇਸ ਦੁੱਖ ਨੂੰ ਦੂਰ ਕਰ ਦੇ, ਵਿਕਾਰਾਂ ਦੇ, ਤੇ ਹੇ ਸੁੱਖਾਂ ਦੇ ਸਾਗਰ, ਇਸ ਕਰਕੇ ਤੇਰੇ ਘਰ ਮੈਂ ਅਰਦਾਸ ਕਰਦਾ। ਸਤਿਗੁਰੂ ਮਿਹਰ ਕਰਨ। ਐਸੀ ਅਰਦਾਸ ਸਿੱਖ ਦੀ ਹੋਵੇ ਗੁਰੂ ਚਰਨਾਂ ਵਿੱਚ, ਜੋ ਭਗਤਾਂ ਨੇ ਕੀਤੀ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰੋ ਵਿਪਤ ਜਨ ਕਰੋ ਸੋ ਭਾਈ। ਚਰਨ ਨਾ ਛਾਡੋ ਸਰੀਰ ਕਲ ਜਾਈ। ਸਾਧ ਸੰਗਤ ਜੀ ਨੇ ਬੇਨਤੀਆਂ ਪ੍ਰਵਾਨ ਕਰਨੀਆਂ। ਪਿਛਲੀਆਂ ਤਕਰੀਬਨ 4 ਵੀਕਾਂ ਤੋਂ ਆਪ ਸੰਗਤ ਦੀ ਸੇਵਾ ਵਿਚਾਰ ਰਾਹੀਂ ਕੀਤੀ। ਅੱਜ ਸੰਪੂਰਨ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ ਜੀ। ਸਮੂਹ ਮੈਨੇਜਮੈਂਟ ਦਾ ਧੰਨਵਾਦ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਸਮੂਹ ਸਟਾਫ ਦਾ ਧੰਨਵਾਦ। ਸਤਿਗੁਰੂ ਮਿਹਰ ਕਰਨ, ਸਾਨੂੰ ਸਭਨਾਂ ਨੂੰ ਨਾਮ ਦੀ ਦਾਤ, ਗੁਰਬਾਣੀ ਅਨੁਸਾਰ ਜੀਵਨ ਜੁਗਤ ਬਖਸ਼ਣ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।